ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਜਿਹੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਕਿਉ ਹਉ ਕਥੀ ਕਥੇ ਕਥ ਦੇਖਾਂ, ਮੈਂ ਅਕਥ ਨਾ ਕਥ ਨਾ ਜਾਈ। ਜੋ ਤੁਧ ਭਾਵੈ ਸੋਈ ਆਖਾਂ, ਤਿਲ ਤੇਰੀ ਵਡਿਆਈ। ਬੇਸ਼ੁਮਾਰ ਅਥਾਹ ਅਗਨਤ ਅਤੁਲੈ, ਜਿਉ ਬੁਲਾਵੈ ਤਿਉ ਨਾਨਕ ਦਾਸ ਬੋਲੇ। ਅਗਮ ਅਗੋਚਰ ਸਚ ਸਾਹਿਬ ਮੇਰਾ, ਨਾਨਕ ਬੋਲੇ। ਬੁਲਾਇਆ ਤੇਰਾ, ਨਾਨਕ ਬੋਲੇ। ਬੁਲਾਇਆ ਤੇਰਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਲ ਗੁਣ ਆਨੰਦ ਉਪਾਰਜਨਾ, ਹਰ ਸੱਜਣ ਪ੍ਰਗਟੇ ਆਏ। ਸੰਤ ਸਹਾਈ ਰਾਮ ਗੇ, ਕਰ ਕਿਰਪਾ ਦੀਆ ਮਿਲਾਏ। ਸੇਜ ਸੁਹਾਵੀ ਸਰਬ ਸੁਖ, ਹੁਣ ਦੁਖਾ ਨਾਹੀ ਜਾਏ। ਇਛ ਭੂਮੀ ਵਡ ਭਾਗਣੀ, ਵਰ ਪਾਇਆ ਹਰ ਰਾਏ। ਮਿਲ ਸਈਆ ਮੰਗਲ ਗਾਵਈ, ਗੀਤ ਗੋਬਿੰਦ ਅਲਾਈ। ਹਰ ਜਿਹਾ ਅਵਰ ਨਾ ਦਿਸਈ, ਕੋਈ ਦੂਜਾ ਲਵੈ ਨ ਲਾਈ। ਹਾਲਤ ਪਲਤ ਸਵਾਰਿਓ, ਨ ਨਿਚਲ ਦੇਖੀਆਂ ਨ ਜਾਏ। ਸੰਸਾਰ ਸਾਗਰ ਤੇ ਰਖਿਅਨ, ਬਹੁੜ ਨ ਜਲਮੈ ਧਾਇ। ਜੀਵਾ ਏਕ ਅਨੇਕ ਗੁਣ, ਤਰੇ ਨਾਨਕ ਚਰਣੀ ਪਾਇ। ਫਲ ਗੁਣ ਨਿਤ ਸਲਾਹੀਐ, ਜਿਸਨੋ ਤਿਲ ਨਾ ਤਮਾਏ। ਜੀਵਾ ਏਕ ਅਨੇਕ ਗੁਣ, ਤਰੇ ਨਾਨਕ ਚਰਣੀ ਪਾਇ। ਫਲ ਗੁਣ ਨਿਤ ਸਲਾਹੀਐ, ਜਿਸਨੋ ਤਿਲ ਨਾ ਤਮਾਏ। ਫਲ ਗੁਣ ਆਨੰਦ ਉਪਾਰਜਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਤੇ ਸਨਮਾਨਿਓ ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ, ਸਰਬ ਸਾਂਝੀ ਵਾਲਤਾ ਦੇ ਪੈਗੰਬਰ, ਦੀਨ ਅਤੇ ਦੁਨੀਆ ਦੇ ਰਾਖੇ, ਮਨੁੱਖਤਾ ਦੇ ਸਾਂਝੇ ਰਹਿਬਰ, ਗੁਰਤਾ ਗੱਦੀ ਤੇ ਸੁਭਾਇਮਾਨ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।
ਗਰੀਬ ਨਿਵਾਜ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਰਹਿਮਤ ਦਾ ਸਦਕਾ ਆਪ ਸਰਬੱਤ ਮਾਈ ਭਾਈ ਗੁਰਸਿੱਖ ਸੰਗਤ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਦੇ ਦੀਵਾਨਾਂ 'ਚ ਹਾਜ਼ਰੀ ਭਰ ਕੇ ਆਪਣਾ ਜੀਵਨ ਸਫਲ ਕਰ ਰਹੇ ਹੋ। ਵਡਭਾਗੇ ਹੋ, ਧੰਨਤਾ ਦੇ ਯੋਗ ਹੋ। ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਦੇ ਨਾਲ ਸਾਹਿਬਾਂ ਦੀ ਪਾਵਨ ਪਵਿੱਤਰ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਹਾਂ। ਬਹੁਤ ਹੀ ਪਿਆਰ ਵਿੱਚ ਆਪ ਜੀਆਂ ਨੇ ਰੱਬੀ ਗੁਰਬਾਣੀ ਦੇ ਨਿਤਨੇਮ ਆਸਾ ਜੀ ਕੀ ਵਾਰ ਦੇ ਕੀਰਤਨ ਸਰਵਣ ਕੀਤੇ ਨੇ। ਉਪਰੰਤ ਚੱਲ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਲੜੀਵਾਰ ਕਥਾ ਗੁਰਸ਼ਬਦ ਵਿਚਾਰ ਨਾਲ ਜੁੜਨ ਦਾ ਸਮਾਂ ਵੀ ਸਾਨੂੰ ਪ੍ਰਾਪਤ ਹੋਇਆ ਹੈ। ਔਰ ਜਿੱਥੇ ਆਪ ਹਰ ਰੋਜ਼ ਗੁਰੂ ਦਰਬਾਰ 'ਚ ਆਉਂਦੇ ਹੋ, ਉੱਥੇ ਅੱਜ ਫੱਗਣ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਲਈ ਪੁੱਜੇ ਹੋ। ਤੇ ਅੱਜ ਅਸੀਂ ਫੱਗਣ ਮਹੀਨੇ ਦੀ ਸੰਗਰਾਂਦ ਦੀ ਜੋ ਵਿਚਾਰਕ ਹੈ, ਜੋ ਇਸ ਮਹੀਨੇ ਦਾ ਪਾਵਨ ਪਵਿੱਤਰ ਉਪਦੇਸ਼ ਹੈ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਨੇ ਬਖਸ਼ਿਸ਼ ਕੀਤਾ ਹੈ। ਔਰ 12 ਮਾਹਾਂ ਦਾ ਜੋ ਆਖਰੀ ਪਦ ਹੈ, ਆਖਰੀ ਪੌੜੀ ਹੈ, ਉਹਦੀ ਵੀ ਨਾਲ ਵਿਚਾਰ ਕਰਨੀ ਹੈ। ਸਤਿਗੁਰਾਂ ਨੇ ਮਹਾਨ ਬਖਸ਼ਿਸ਼ਾਂ ਸਾਡੇ ਤੇ ਕੀਤੀਆਂ ਨੇ। ਮਨੁੱਖਾ ਜੀਵਨ ਬਖਸ਼ਿਆ, ਬਹੁਤ ਵੱਡਾ ਪਰਉਪਕਾਰ ਹੈ, ਬੜੀ ਵੱਡੀ ਬਖਸ਼ਿਸ਼ ਔਰ ਬਹੁਤ ਵੱਡੀ ਦਾਤ ਹੈ। ਉਸ ਤੋਂ ਬਾਅਦ ਗੁਰਸਿੱਖਾਂ ਦੇ ਘਰ ਵਿੱਚ ਜਨਮ ਬਖਸ਼ਿਆ, ਇਹ ਉਸ ਤੋਂ ਵੀ ਵੱਡੀ ਕਿਰਪਾ ਹੈ। ਜਿਨ੍ਹਾਂ ਨੂੰ ਅਮਰ ਦੀ ਦਾਤ ਮਿਲੀ ਹੈ, ਉਹ ਉਸ ਤੋਂ ਵੀ ਵਡਭਾਗੇ ਨੇ। ਜਿਨ੍ਹਾਂ ਨੇ ਗੁਰੂ ਸਾਹਿਬ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਅੰਦਰੋਂ ਪ੍ਰਮਾਤਮਾ ਨੂੰ ਪ੍ਰਗਟ ਕਰ ਲਿਆ, ਪੈਦਾ ਕਰ ਲਿਆ, ਉਹ ਆਪਣੇ ਜੀਵਨ ਨੂੰ ਸਫਲ ਕਰਕੇ ਚਲੇ ਗਏ। ਉਹ ਜੀਵਨ ਦੀ ਬਾਜੀ ਜਿੱਤ ਗਏ। ਅੱਜ ਦਾ ਸ਼ਬਦ ਬੜਾ ਭਾਵਪੂਰਤ ਹੈ। ਗੁਰਬਾਣੀ ਦੇ ਅੰਦਰ ਜਦੋਂ ਵੀ ਪ੍ਰਮਾਤਮਾ ਦਾ ਜ਼ਿਕਰ ਆਇਆ ਹੈ, ਸਤਿਗੁਰਾਂ ਨੇ ਗੁਰਬਾਣੀ ਜਦੋਂ ਰੱਬ ਦੀ ਗੱਲ ਕੀਤੀ ਤਾਂ ਗੁਣਾ ਕਰਕੇ ਕੀਤੀ ਹੈ। ਰੱਬ ਦੇ ਗੁਣ ਦੱਸੇ ਨੇ, ਰੱਬ ਦਾ ਸੁਭਾਅ ਦੱਸਿਆ ਹੈ। ਇਸ ਲਈ ਮਹਾਰਾਜ ਸਾਹਿਬ ਨੇ ਕਿਹਾ, ਗੁਣ ਨਿਧਾਨ ਗੁਣ ਤਿੰਨ ਹੀ ਗਾਏ, ਜਾ ਪਉ ਕਿਰਪਾ ਧਾਰੀ, ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਪਰਮਾਤਮਾ ਦੇ ਜੇ ਗੁਣਾਂ ਦਾ ਜ਼ਿਕਰ ਹੈ ਤੇ ਵਡਭਾਗਾ ਵੀ ਹੋਈ ਹੈ ਜਿਹਨੇ ਉਹਦੇ ਗੁਣ ਗਾਏ ਨੇ, ਜਿਹਨੇ ਉਸ ਪਰਮਾਤਮਾ ਦੀ ਸਿਫਤ ਕੀਤੀ ਹੈ। ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ, ਮੈਂ ਮੂਰਖ ਕਿਛ ਦੀਜੈ। ਬਹੁਤੀ ਵਾਰ ਜਦੋਂ ਰੱਬ ਦੀ ਗੱਲ ਆਉਂਦੀ ਹੈ, ਉਹ ਗੁਣਾ ਕਰਕੇ ਆਉਂਦੀ ਹੈ। ਜਿਹੜੇ ਉਸ ਗੁਣਾਂ ਨੂੰ ਗਾ ਲੈਣ, ਗਾਉਣ ਦਾ ਮਤਲਬ ਅੰਦਰ ਵਸਾ ਲੈਣ, ਉਹ ਗੁਣ ਧਾਰਨ ਕਰ ਲੈਣ, ਉਹ ਪਰਮਾਤਮਾ ਦਾ ਰੂਪ ਹੋ ਜਾਂਦੇ ਆ। ਗੁਣਾ ਜਦੋਂ ਰੱਬ ਦੇ ਗੁਣ ਆ ਜਾਣ, ਰੱਬ ਦੇ ਗੁਣ ਪ੍ਰਗਟ ਹੋ ਜਾਣ, ਜਦੋਂ ਰੱਬ ਦੇ ਗੁਣ ਪ੍ਰਗਟ ਹੁੰਦੇ ਆ, ਗੁਣ ਪ੍ਰਗਟ ਹੋਣਾ ਹੀ ਰੱਬ ਦਾ ਪ੍ਰਗਟ ਹੋਣਾ ਹੈ। ਰੱਬ ਵਰਗੇ ਗੁਣ ਜਦੋਂ ਸਾਡੇ ਚੋਂ ਨਜ਼ਰ ਆਉਣ ਲੱਗ ਪਏ ਤੇ ਇਹਦਾ ਮਤਲਬ ਸਾਡੇ ਅੰਦਰ ਪਰਮਾਤਮਾ ਪ੍ਰਗਟ ਹੋ ਗਿਆ ਹੈ। ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ, ਜਿਹਵਾ ਏਕ ਅਨੇਕ ਗੁਣ ਤਰੇ, ਨਾਨਕ ਚਰਣੀ ਪਾਏ। ਅੱਜ ਦੇ ਸ਼ਬਦ ਵਿੱਚ ਵੀ ਇਹ ਬਚਨ ਆਣੇ ਨੇ। ਤਾਂ ਮਹਾਰਾਜ ਕਹਿ ਰਿਹਾ, ਜਿਹਵਾ ਏਕ ਕਵਨ ਗੁਣ ਕਹੀਐ, ਉਹਦੇ ਗੁਣ ਇੰਨੇ ਨੇ, ਇੱਕ ਜੀਵ ਨਾਲ ਕਿਵੇਂ ਬਿਆਨ ਕਰਾਂ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਜਿਹਵਾ ਏਕ ਕਵਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਈਐ। ਸਤਿਗੁਰੂ ਪਾਤਸ਼ਾਹ ਕਿਤੇ ਕਹਿ ਰਿਹਾ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਜਿਹੜਾ ਸਾਰਿਆਂ ਦੀਆਂ ਜਾਣਦਾ ਹੈ, ਸਾਰਿਆਂ ਨੂੰ ਜਾਣਦਾ, ਸਾਰਿਆਂ ਬਾਰੇ ਜਾਣਦਾ, ਮੈਂ ਉਹਦੇ ਗੁਣ ਗਾ ਰਿਹਾ ਹਾਂ। ਪਰਮਾਤਮਾ ਦੀ ਗੱਲ ਵਾਰ-ਵਾਰ ਗੁਣਾ ਕਰਕੇ ਆ ਰਹੀ ਹੈ। ਰਸਨਾ ਗੁਣ ਗੋਪਾਲ ਨਿਧ ਗਾਇਣ, ਸ਼ਾਂਤ ਸਹਿਜ ਰਹਿਸ ਮਨ ਉਪਜੋ, ਸਗਲੇ ਦੁਖ ਪਲਾਇਣ। ਤੇ ਪਾਤਸ਼ਾਹ ਨੇ ਅਖੀਰ ਤੇ ਜਾ ਕੇ ਸਾਨੂੰ ਇਹ ਸਵਾਲ ਵੀ ਕੀਤਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਦੋਂ ਅਧਿਐਨ ਕਰਕੇ
ਪਾਠ ਕਰਕੇ ਅਸੀਂ ਅਖੀਰ ਤੇ ਪਹੁੰਚਦੇ ਹਾਂ। ਉੱਥੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਪੁੱਛਦੇ ਆ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਆਕਾਰਤ ਕੀਨ ਭਾਈ 10 ਗੁਣ ਗਾ ਕੇ ਆਇਆ, ਜੇ ਨਹੀਂ ਗਾ ਕੇ ਆਇਆ ਤਾਂ ਫਿਰ ਤੇਰਾ ਸਾਰਾ ਜੀਵਨ ਵਿਅਰਥ ਚਲਾ ਗਿਆ। ਇਹਦੇ ਦੋ ਅਰਥ ਵਿਦਵਾਨ ਕਰ ਰਿਹਾ, ਕਿਉਂਕਿ ਦਿੱਲੀ ਵਿਸ਼ਰਾਮ ਦੇ ਨਾਲ ਅਰਥ ਬਦਲ ਜਾਂਦੇ ਆ। ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਤ ਕੀਨ, ਗੁਰੂ ਦੇ ਗੁਣ ਗਾਲਾ ਨਹੀਂ, ਜਨਮ ਆਕਾਰਤ ਵਿਅਰਥ ਚਲਿਆ ਜਾਏਗਾ। ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਤ ਕੀਨ, ਜੇ ਤੂੰ ਗੁਰੂ ਦੇ ਗੁਣ ਨਹੀਂ ਗਾਏ ਇਹਦਾ ਮਤਲਬ ਤੇਰਾ ਸਾਰਾ ਜੀਵਨ ਵਿਅਰਥ ਚਲਿਆ ਗਿਆ। ਕਹੋ ਨਾਨਕ ਹਰਿ ਭਜਮਨਾ ਜੇ ਵਿਦ ਜਲ ਕੋ ਮੀਨ। ਸਤਿਗੁਰੂ ਪਾਤਸ਼ਾਹ ਕਹਿ ਰਹੇ ਆ, ਗੁਰਮੁਖ ਹੋਵੇ ਸੋਈ ਬੁਝੈ, ਗੁਣ ਕਹਿ ਗੁਣੀ ਸਮਾਵਣਿਆ। ਸਾਡੀ ਇਹ ਜੀਵਨ ਦੀ ਮੰਜ਼ਿਲ ਹੈ ਕਿ ਅਸੀਂ ਉਹਦੇ ਗੁਣਾਂ ਨੂੰ ਕਹਿੰਦੇ ਹੋਏ, ਗੁਣਾਂ ਨੂੰ ਗਾਉਂਦੇ ਹੋਏ ਉਹਦੇ ਵਿੱਚ ਸਮਾਉਣਾ। ਇਹ ਸਾਡੇ ਜੀਵਨ ਦੀ ਮੰਜ਼ਿਲ ਹੈ। ਅਸੀਂ ਉਹਦੇ ਗੁਣ ਗਾਉਂਦੇ ਗਾਉਂਦੇ ਉਸ ਪਰਮਾਤਮਾ ਤੱਕ ਪਹੁੰਚਣਾ ਨਹੀਂ ਕਵਾਂਗਾ, ਪ੍ਰਗਟ ਕਰਨਾ ਅੰਦਰੋਂ। ਅੱਜ ਜਿਹੜਾ ਬਚਨ ਪਾਤਸ਼ਾਹ ਕਹਿ ਰਿਹਾ ਨਾ ਕਿ ਪਰਮਾਤਮਾ ਅੰਦਰੋਂ ਪ੍ਰਗਟ ਹੋਣਾ ਹੈ, ਅਸਲ ਵਿੱਚ ਜਦੋਂ 12 ਮਾਹਾਂ ਦੀ ਬਾਣੀ ਦੀ ਸ਼ੁਰੂਆਤ ਹੁੰਦੀ ਹੈ, ਉੱਥੇ ਇੱਕ ਬਚਨ ਕਹਿ ਕੇ ਅਸੀਂ ਤੁਰੇ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਦੁਨੀਆ ਦੇ ਅੰਦਰ ਜਿੰਨੇ ਵੀ 12 ਮਾਹ ਲਿਖੇ ਗਏ ਨੇ, 350 ਦੇ ਕਰੀਬ, 352 ਦੇ ਕਰੀਬ 12 ਮਾਹ ਲਿਖੇ ਗਏ ਆ। 12 ਮਾਹਾਂ ਦੇ ਵਿੱਚ ਪਹਿਲਾਂ ਇੱਕ ਬਿਰਹੋ ਪੈਦਾ ਕੀਤਾ ਜਾਂਦਾ ਹੈ। ਬਿਰਹਾ ਮਤਲਬ ਇੱਕ ਵਿਛੋੜੇ ਦੀ ਤੜਪ। ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਜਿਤ ਤਨ ਬਿਰਹਾ ਨਾ ਉਪਜੈ ਸੋ ਤਨ ਜਾਣ। ਜਿਹਦੇ ਅੰਦਰ ਵਿਛੋੜੇ ਦੀ ਤੜਪ ਹੀ ਨਹੀਂ ਹੈ, ਜਿਹਦੇ ਅੰਦਰ ਮਿਲਣ ਦੀ ਤਾਂਘ ਹੀ ਨਹੀਂ ਹੈ, ਤੇ ਉਹ ਮਿਲਣ ਵਾਸਤੇ ਤੁਰ ਹੀ ਨਹੀਂ ਸਕਦਾ, ਤੇ ਉਹਨੂੰ ਵੀ ਕੋਈ ਮਿਲਣ ਵਾਸਤੇ ਆ ਨਹੀਂ ਸਕਦਾ ਜਦੋਂ ਉਹਦੇ ਮਨ 'ਚ ਹੀ, ਉਹਦੇ ਅੰਦਰ ਕਿਸੇ ਲਈ ਕੋਈ ਤੜਪਣਾ ਨਹੀਂ ਹੈ। 12 ਮਾਹ ਪਹਿਲਾਂ ਅੰਦਰ ਇੱਕ ਤੜਪ ਪੈਦਾ ਕਰਦਾ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇਸੇ ਕਰਕੇ ਕਿਹਾ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਇੱਕ ਤੜਪ, ਇੱਕ ਬਿਰਹਾ ਪੈਦਾ ਹੋਇਆ। ਜਦੋਂ ਜਗਿਆਸੂ ਨੇ ਬੇਨਤੀ ਕੀਤੀ ਕਿ ਮਾੜੀ ਕਿਰਤ ਕਰਕੇ, ਮਾੜੇ ਕਰਮਾਂ ਕਰਕੇ ਵਿਛੜ ਗਿਆ, ਹੁਣ ਕਿਰਪਾ ਕਰਕੇ ਮੈਨੂੰ ਮਿਲ ਲਓ। ਸਤਿਗੁਰੂ ਕਹਿੰਦੇ ਕੋਈ ਗੱਲ ਨਹੀਂ, ਤੂੰ ਇੱਕ ਮੇਰੇ, ਜਿਵੇਂ ਮੈਂ ਤੈਨੂੰ ਇੱਕ ਡਾਇਰੈਕਸ਼ਨ ਦਿਆਂਗਾ, ਜਿਵੇਂ ਮੈਂ ਤੇਰਾ ਮਾਰਗਦਰਸ਼ਕ ਕਰਾਂਗਾ, ਜੋ ਤੈਨੂੰ ਮਾਰਗ ਦੱਸਾਂਗਾ, ਮੋਹਿ ਮਾਰਗ ਬਤਲਾਵੋ। ਜਿਹੜਾ ਅਸੀਂ ਮਾਰਗ ਪੁੱਛਦੇ ਹਾਂ, ਸੰਤ ਕਾ ਮਾਰਗ ਧਰਮ ਕੀ ਪੌੜੀ, ਇਸ ਮਾਰਗ ਤੇ ਚੱਲਦਾ ਚੱਲ, ਤੂੰ ਇੱਕ ਦਿਨ ਉਸ ਪਰਮਾਤਮਾ ਤੱਕ ਪਹੁੰਚ ਜਾਏਗਾ। ਸਤਿਗੁਰਾਂ ਨੇ ਫਿਰ ਉਸ ਪਰਮਾਤਮਾ ਤੱਕ ਜਾਣ ਵਾਸਤੇ, ਪਰਮਾਤਮਾ ਨੂੰ ਪ੍ਰਗਟ ਕਰਨ ਵਾਸਤੇ ਪਹਿਲੀ ਪੌੜੀ ਦੇ ਪਹਿਲੇ ਡੰਡੇ ਤੇ ਪੈਰ ਰਖਾਇਆ। ਪਹਿਲਾ ਕੰਮ ਕੀ ਕਿਹਾ ਮਹਾਰਾਜ ਨੇ ਕਰਨ ਲਈ? ਜੇ ਪਰਮਾਤਮਾ ਨੂੰ ਪ੍ਰਗਟ ਕਰਨਾ ਹਿਰਦੇ 'ਚ, ਤਾਂ ਮਹਾਰਾਜ ਕਹਿੰਦੇ ਚੇਤ ਗੋਬਿੰਦ ਅਰਾਧੀਐ, ਹੋਵੇ ਆਨੰਦ ਕਣਾ। ਭਾਈ ਫਿਰ ਤੂੰ ਆਪਣੇ ਚੇਤੇ ਵਿੱਚ ਉਸ ਗੋਬਿੰਦ ਪਰਮਾਤਮਾ ਨੂੰ ਲੈ ਕੇ ਆ, ਉਸ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਲੈ ਕੇ ਆ, ਉਹਦੀ ਯਾਦ ਨੂੰ ਆਪਣੀ ਸਿਮਰਤੀ ਵਿੱਚ ਲੈ ਕੇ ਆ, ਉਹਨੂੰ, ਉਹਦੇ ਗੁਣਾਂ ਨੂੰ ਆਪਣੀ ਸਿਮਰਤੀ ਵਿੱਚ ਲੈ ਕੇ ਆ, ਉਹਨੂੰ ਚੇਤੇ ਕਰਨਾ ਸ਼ੁਰੂ ਕਰ, ਕਿਉਂਕਿ ਉਹਦੀ ਸਿਮਰਤੀ ਦੇ ਵਿੱਚ ਆਨੰਦ ਬਹੁਤ ਹੈ, ਉਹਦੀ ਯਾਦ ਦੇ ਵਿੱਚ ਆਨੰਦ ਬਹੁਤ ਹੈ, ਉਹਦੀ ਯਾਦ ਦੇ ਵਿੱਚ ਖੇੜਾ ਬਹੁਤ ਹੈ, ਉਹਦੀ ਯਾਦ ਦੇ ਵਿੱਚ ਵਿਗਾਸ ਬਹੁਤ ਹੈ, ਵਿਸਮਾਦ ਬਹੁਤ ਹੈ, ਆਨੰਦ ਬਹੁਤ ਵਰਤਦਾ ਹੈ। ਇਸ ਲਈ ਤੂੰ ਆਪਣੇ ਚੇਤੇ ਵਿੱਚ ਉਸ ਪਰਮਾਤਮਾ ਦੀ ਯਾਦ ਨੂੰ ਲੈ ਕੇ ਆ। ਇਹ ਪਹਿਲੀ ਪੌੜੀ ਦਾ ਪਹਿਲਾ ਡੰਡਾ ਹੈ, ਜਿਸ ਪੌੜੀ ਰਾਹੀਂ ਚੜ੍ਹ ਕੇ ਤੂੰ ਪਰਮਾਤਮਾ ਦੇ ਘਰ ਪਹੁੰਚਣਾ ਹੈ ਔਰ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚੋਂ ਪ੍ਰਗਟ ਕਰਨਾ ਹੈ। ਤਾਂ ਪਾਤਸ਼ਾਹ ਨੇ ਇਹ ਮਾਰਗਦਰਸ਼ਕ ਕੀਤਾ। ਜਦੋਂ ਇਨਸਾਨ ਪਰਮਾਤਮਾ ਨੂੰ ਮਿਲਣ ਵਾਸਤੇ ਚੱਲਿਆ, ਕਈ ਵਾਰ ਜਦੋਂ ਰਸਤਾ ਲੰਬਾ ਹੁੰਦਾ, ਫਿਰ ਰਸਤੇ ਵਿੱਚ ਦਿੱਕਤਾਂ ਵੀ ਬਹੁਤ ਆ ਜਾਂਦੀਆਂ। ਤਾਂ ਇਸ ਅਧਿਆਤਮਕ ਮਾਰਗ ਤੇ ਚੱਲਦਿਆਂ ਹੋਇਆਂ ਕਈ ਵਾਰ ਬਹੁਤ ਜ਼ਿਆਦਾ ਤਪਸ਼ ਵੀ ਆਈ, ਬੜੀ ਗਰਮੀ ਆਈ, ਜੇਠ ਹਾੜ ਦੇ ਮਹੀਨੇ ਆਏ, ਗਰਮ ਲੂ ਚੱਲੀ, ਇੱਕ ਇੱਕ ਪੱਤਾ ਉਹਨੇ ਸਾੜ ਦਿੱਤਾ। ਉਸ ਤੋਂ ਬਾਅਦ ਫਿਰ ਇੱਕ ਵਰਖਾ ਦੀ ਰੁੱਤ ਆਈ, ਉਹਨੇ ਫਿਰ ਹਰਾ ਭਰਾ ਕਰ ਦਿੱਤਾ। ਉਸ ਤੋਂ ਬਾਅਦ ਫਿਰ ਬਹੁਤ ਜ਼ਿਆਦਾ ਸਰਦੀ ਦੇ ਦਿਨ ਆ ਗਏ, ਪੋਖ ਤੁਖਾਰ ਆ ਗਿਆ। ਉਸ ਪੋਖ ਤੁਖਾਰ ਨੇ ਇੰਨਾ ਕਹਿਰ ਕਮਾਇਆ, ਚੰਗੇ ਭਲੇ ਹਰੇ ਭਰੇ ਦਰਖਤਾਂ ਨੂੰ ਠੰਡ ਨੇ, ਉਸ ਕੱਕਰ ਨੇ ਸਾੜ ਕੇ ਰੱਖ ਦਿੱਤਾ। ਇੱਕਦਮ ਪਤਝੜ ਆ ਗਈ, ਸਾਰੀਆਂ ਕਰੁੰਬਲਾਂ, ਸਾਰਾ ਜਿਹੜਾ ਦਰਖਤ ਸੀ ਬਿਲਕੁਲ ਹੀ ਉਹ ਸੁੱਕ ਗਿਆ, ਸੜ ਗਿਆ। ਪਰ ਉਸ ਤੋਂ ਬਾਅਦ ਫਿਰ ਬਸੰਤ ਆ ਗਈ। ਮਾਘ ਦਾ ਮਹੀਨਾ, ਫੱਗਣ ਦਾ ਮਹੀਨਾ ਜਿਹੜਾ ਅੱਜ ਸ਼ੁਰੂ ਹੋਣ ਲੱਗਿਆ, ਔਰ ਚੇਤਰ ਦਾ ਮਹੀਨਾ, ਇਹ ਤਕਰੀਬਨ ਬਸੰਤ ਰੁੱਤ ਦੇ ਨਾਲ ਸੰਬੰਧਿਤ ਨੇ। ਬਸੰਤ ਦੇ ਵਿੱਚ ਭਾਵ ਖੇੜੇ ਦੇ ਵਿੱਚ ਪਤਝੜ ਤੋਂ ਬਾਅਦ ਬਸੰਤ ਆਉਂਦੀ ਹੈ। ਪੋਖ ਤੁਖਾਰ ਨੇ ਬਿਲਕੁਲ ਸਾੜ ਕੇ ਰੱਖ ਦਿੱਤਾ ਸੀ।
ਭੋਖ ਤੁਖਾਰ ਦੀ ਉਸ ਕਕਰੀਲੀਆਂ ਬਰਫਾਂ ਨੇ ਬਿਲਕੁਲ ਸਾੜ ਦਿੱਤਾ ਸੀ। ਪਰ ਉਸ ਤੋਂ ਬਾਅਦ ਬਸੰਤ ਆਈ। ਬਸੰਤ ਦਾ ਪਹਿਲਾ ਮਹੀਨਾ ਮਾਘ ਦਾ ਆਇਆ। ਮਾਘ ਦੇ ਮਹੀਨੇ ਵਿੱਚ ਪਾਤਸ਼ਾਹ ਕਹਿੰਦੇ ਤੂੰ ਹੁਣ ਅਧਿਆਤਮਿਕ ਤੌਰ ਤੇ 11 ਪੌੜੀਆਂ ਚੜ੍ਹ ਚੁੱਕਿਆ। ਜਿਹੜਾ ਅਧਿਆਤਮਿਕ ਰੂਹਾਨੀਅਤ ਦੀ 11ਵੀਂ ਪੌੜੀ ਤੇ ਆ ਗਿਆ, 11ਵੀਂ ਪੌੜੀ ਤੇ ਆ ਕੇ ਕਿੱਥੇ ਤੱਕ ਪਹੁੰਚ ਗਿਆ ਉਹ? ਮਹਾਰਾਜ ਸਾਹਿਬ ਨੇ ਨਿਰਣਾ ਦਿੱਤਾ, ਮਾਘ ਸੁੱਚੇ ਸੇ ਕਾਂਢੀਐ ਜਿਨ ਪੂਰਾ ਗੁਰੂ ਮਿਹਰਬਾਨ। ਜਿਨ੍ਹਾਂ ਦੇ ਪੂਰਾ ਗੁਰੂ ਮਿਹਰਬਾਨ ਹੋਇਆ, ਮਾਘ ਦੇ ਮਹੀਨੇ ਤੱਕ ਪਹੁੰਚੇ ਨੇ। ਉਹ ਰੂਹਾਨੀਅਤ ਦਾ ਸਫ਼ਰ ਕਰਦੇ ਕਰਦੇ ਜਿਹੜੀ ਪੌੜੀ ਗੁਰੂ ਅਰਜਨ ਸਾਹਿਬ ਨੇ ਦੇ ਸਾਹਮਣੇ ਰੱਖੀ ਕਿ ਇਸ ਪੌੜੀ ਤੋਂ ਸੁਰਤ ਕਰਕੇ ਇੱਕ ਇੱਕ ਸਟੈਪ ਮਹੀਨੇ ਰਾਹੀਂ ਚੜ੍ਹਦਾ ਜਾਈ ਤੇ ਤੂੰ ਪਰਮਾਤਮਾ ਨੂੰ ਪ੍ਰਗਟ ਕਰ ਲਏਗਾ। ਆਨੰਦ ਤੇਰੀ ਜ਼ਿੰਦਗੀ ਵਿੱਚ ਵਰਤ ਜਾਏਗਾ। ਆਨੰਦ ਹੀ ਦਾ ਸਾਰਾ ਮਸਲਾ ਜਿਹਨੂੰ ਹਾਸਲ ਕਰਨ ਵਾਸਤੇ ਅੱਜ ਦੁਨੀਆ ਥਾਂ ਥਾਂ ਤੇ ਫਿਰ ਰਹੀ ਹੈ। 11ਵੀਂ ਪੌੜੀ ਤੇ ਜਦੋਂ ਚੜ੍ਹਿਆ, ਪਾਤਸ਼ਾਹ ਕਹਿੰਦੇ ਬਿਲਕੁਲ ਸੁੱਚਾ ਹੋ ਗਿਆ, ਅੰਦਰੋਂ ਸੁੱਚਾ ਹੋਇਆ। ਹੁਣ ਤੱਕ ਤਾਂ ਦੁਨੀਆ ਬਾਹਰੋਂ ਹੀ ਸੁੱਚਮਤਾ ਦੀ ਗੱਲ ਕਰਦੀ ਆਉਂਦੀ ਸੀ, ਪਰ ਗੁਰੂ ਐਡਾ ਮਿਹਰਬਾਨ ਹੋਇਆ, ਇਹਨੂੰ ਅੰਦਰੋਂ ਵੀ ਸੁੱਚਾ ਕਰ ਦਿੱਤਾ। ਇਹਦੇ ਅੰਦਰ ਬੜੀ ਮੈਲ ਲੱਗੀ ਹੋਈ ਸੀ। ਮਹਾਰਾਜ ਨੇ ਜਾਤ ਪਾਤ ਦੀ ਮੈਲ ਵੀ ਲਾ ਦਿੱਤੀ, ਪਾਤਸ਼ਾਹ ਨੇ ਵਿਕਾਰਾਂ ਦੀ ਮੈਲ ਲਾ ਦਿੱਤੀ, ਪਾਤਸ਼ਾਹ ਨੇ ਝੂਠ, ਬੇਈਮਾਨੀ, ਫਰੇਬੀਆਂ, ਧੋਖੇ ਧੜੀਆਂ ਸਾਰਿਆਂ ਦੀ ਮੈਲ ਲਾ ਦਿੱਤੀ। ਇਸ ਮਨ ਨੂੰ ਅੰਦਰ ਇੰਨੇ ਤਰ੍ਹਾਂ ਦੀਆਂ ਮੈਲਾਂ ਲੱਗੀਆਂ ਹੋਈਆਂ ਸਨ, ਇੰਨੇ ਲੇਪ ਸ਼ੇਪ ਇੰਨੇ ਲੱਗੇ ਹੋਏ ਸਨ, ਇੰਨੇ ਆਦ ਵਿਆਦ ਦੁੱਖ ਰੋਗ ਇਸ ਮਨ ਨੂੰ ਲੱਗੇ ਹੋਏ ਸਨ। ਪਰਮਾਤਮਾ ਨੇ ਰਹਿਮਤ ਕੀਤੀ, ਗੁਰੂ ਦੇ ਰਾਹੀਂ ਉਹ ਸਾਰੇ ਮਨ ਨੂੰ ਅੰਦਰੋਂ ਧੋ ਕੇ ਸਾਫ਼ ਸੁਥਰਾ ਕਰਕੇ ਇੰਨਾ ਕੁ ਸੁੱਚਾ ਕਰ ਦਿੱਤਾ। ਜਦੋਂ ਹੁਣ ਮਨ ਸੁੱਚਾ ਹੋ ਗਿਆ, ਮਨ ਸਾਫ਼ ਹੋ ਗਿਆ, ਮਨ ਨਿਰਮਲ ਹੋ ਗਿਆ, ਸੁੱਚ ਹੋਵੇ ਤਾਂ ਸੱਚ ਪਾਈਐ। ਜਿਹਦੇ ਅੰਦਰ ਸੁੱਚਮਤਾ ਵਰਤ ਜਾਏ, ਭਾਵ ਸੱਚ ਆ ਜਾਏ, ਜਿਹਦੇ ਕਰਮਾਂ ਵਿੱਚ ਸੱਚ ਆ ਜਾਏ, ਜਿਹਦੇ ਵਿਚਾਰਾਂ ਵਿੱਚ ਸੱਚ ਆ ਜਾਏ, ਜਿਹਦੀ ਬੋਲੀ ਵਿੱਚ ਸੱਚ ਆ ਜਾਏ, ਜਿਹੜਾ ਸੱਚ ਨੂੰ ਵੇਖਣ ਲੱਗ ਪਏ, ਸੱਚ ਨੂੰ ਸੁਣਨ ਲੱਗ ਪਏ, ਸੱਚ ਨੂੰ ਜ਼ਿੰਦਗੀ ਵਿੱਚ ਲੈ ਆਏ, ਫਿਰ ਉਹਨਾਂ ਦੀ ਜ਼ਿੰਦਗੀ, ਪਾਤਸ਼ਾਹ ਕਹਿੰਦੇ ਆ ਜਿਹੜੀ 12 ਮਾਹਾਂ ਦੀ 12ਵੀਂ ਪੌੜੀ, 12ਵੇਂ ਮਹੀਨੇ ਦੀ ਇਹ ਜਿਹੜੀ ਵਿਚਾਰਕ ਹੈ, ਤਾਂ ਉਹਨਾਂ ਦੇ ਇਸ ਪਾਵਨ ਪਵਿੱਤਰ ਮਹੀਨੇ ਦੇ ਅੰਦਰ ਜ਼ਿੰਦਗੀ ਵਿੱਚ ਫਿਰ ਕੀ ਵਾਪਰਦਾ ਹੈ? ਜਦੋਂ ਫੱਗਣ ਦਾ ਮਹੀਨਾ ਸ਼ੁਰੂ ਹੋਇਆ, ਫਿਰ ਕੀ ਪ੍ਰਾਪਤੀ ਹੋਈ? 11ਵੀਂ ਪੌੜੀ ਤੋਂ ਚੜ੍ਹ ਕੇ ਹੁਣ 12ਵੀਂ ਤੇ ਪੈਰ ਰੱਖਣ ਲੱਗਿਆ ਤੇ ਪਾਤਸ਼ਾਹ ਕਹਿੰਦੇ ਮਾਘ ਦੇ ਵਿੱਚੋਂ ਫੱਗਣ ਦੇ ਵਿੱਚ ਆਉਣ ਲੱਗਿਆ, ਜਿਨ੍ਹਾਂ ਦਾ ਅੰਦਰੋਂ ਸੁੱਚਾ ਹੋ ਜਾਏ। ਹੁਣ ਤੱਕ ਮਨ ਵਿੱਚ ਜਾਤ ਪਾਤ ਦੀ ਮੈਲ ਸੀ ਕਿ ਮੈਂ ਵੱਡਾ, ਇਹ ਛੋਟਾ, ਮੈਂ ਸਵਰਨ ਜਾਤੀ ਦਾ, ਇਹ ਸ਼ੂਦਰ ਜਾਤੀ ਦਾ, ਮੇਰਾ ਧਰਮ ਚੰਗਾ, ਇਹਦਾ ਧਰਮ ਮਾੜਾ ਹੈ, ਮੈਂ ਜਿਹੜਾ ਰੱਬ ਦਾ ਨਾਮ ਲੈਣਾ, ਰੱਬ ਉਹਦੇ ਤੋਂ ਬਹੁਤਾ ਖੁਸ਼ ਹੁੰਦਾ, ਜਿਹੜਾ ਇਹ ਨਾਮ ਲੈਂਦਾ ਰੱਬ ਇਸ ਦਾ ਨਾਮ ਤੋਂ ਨਹੀਂ ਖੁਸ਼ ਹੁੰਦਾ। ਜਿਹੜੀਆਂ ਇਹੋ ਜੀਆਂ ਦੀਵਾਰਾਂ ਸਨ, ਅੰਦਰ ਕੂੜ ਦੀਆਂ ਦੀਵਾਰਾਂ ਸਨ, ਅੱਜ ਉਹ 11ਵੀਂ ਪੌੜੀ ਤੱਕ, 11ਵੇਂ ਮਹੀਨੇ ਤੱਕ ਪਹੁੰਚਦਿਆਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਸਾਰੀਆਂ ਕੂੜ ਦੀਆਂ ਦੀਵਾਰਾਂ ਟੁੱਟ ਗਈਆਂ, ਸਾਰੇ ਤਰ੍ਹਾਂ ਦੀ ਮੈਲ ਉਤਰ ਗਈ। ਮਾਘ ਦੇ ਮਹੀਨੇ ਨੇ ਇਹਨੂੰ ਅੰਦਰੋਂ ਬਿਲਕੁਲ ਸੱਚਾ ਤੇ ਬਿਲਕੁਲ ਸੁੱਚਾ ਕਰ ਦਿੱਤਾ ਹੈ। ਅੱਜ ਇਹ 12ਵੀਂ ਅਧਿਆਤਮਕ ਰੂਹਾਨੀਅਤ ਦੀ 12ਵੀਂ ਪੌੜੀ ਦੇ ਉਸ ਡੰਡੇ ਦੇ ਉੱਤੇ ਪੈਰ ਰੱਖਣ ਲੱਗਿਆ ਤੇ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਿਰਪਾ ਕਰਨ ਲੱਗਿਆ ਕਿ ਜਿਹੜੇ ਅੱਜ ਫੱਗਣ ਦੇ ਮਹੀਨੇ ਵਿੱਚ ਆਏ ਨੇ, ਫੱਗਣ ਦੇ ਮਹੀਨੇ ਵਿੱਚ ਆਉਣ ਵਾਲਿਆਂ ਦੀ ਜ਼ਿੰਦਗੀ ਵਿੱਚ ਕੀ ਕੁਝ ਵਰਤਦਾ ਹੈ, ਧੰਨ ਗੁਰੂ ਅਰਜਨ ਸਾਹਿਬ ਕਿਵੇਂ ਕਹਿ ਰਹੇ ਨੇ, ਉਹ ਪਿਆਰ ਨਾਲ ਸਰਵਣ ਕਰੀਏ ਜੀ। ਫਲ ਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟਿਆ। ਫਲ ਗੁਣ ਅਸੀਂ ਪੰਜਾਬੀ ਦੇ ਵਿੱਚ ਆਮ ਤੌਰ ਤੇ ਨੂੰ ਫੱਗਣ ਕਹਿੰਦੇ ਆ, ਅਸੀਂ ਪੰਜਾਬੀ ਵਿੱਚ ਪੋਹ ਕਹਿੰਦੇ ਆ, ਮਹਾਰਾਜ ਪੋਖ ਕਹਿੰਦੇ ਆ। ਚਲੋ ਨਾਮ ਇਹੀ ਵਰਤੇ ਨੇ, ਸਾਡੇ ਤਾਂ ਵੈਸੇ ਸਾਡਾ ਸਾਲ ਤਾਂ ਇਹੀ ਆ ਨਾ, ਚੇਤ ਤੋਂ ਲੈ ਕੇ ਫੱਗਣ ਤੱਕ ਸਾਡੇ 12 ਮਹੀਨੇ ਇਹੀ ਨੇ। ਚਲੋ ਅਸੀਂ ਜੋ ਸਾਡੇ ਤੇ ਪੱਛਮੀ ਸੱਭਿਅਤਾ ਦਾ ਪ੍ਰਭਾਵ ਪਿਆ, ਅਸੀਂ ਜਨਵਰੀ ਫਰਵਰੀ ਨੂੰ ਬਹੁਤੀ ਤਰਜੀਹ ਦੇ ਦਿੱਤੀ। ਇਹਨਾਂ ਦੇਸੀ ਮਹੀਨਿਆਂ ਨੂੰ ਅੱਜ ਦੀ ਜਿਹੜੀ ਜਨਰੇਸ਼ਨ ਆ, ਮੇਰੇ ਖਿਆਲ 'ਚ 90-95% ਬੱਚਿਆਂ ਨੂੰ ਇਹ ਮਹੀਨਿਆਂ ਦੇ ਨਾਮ ਨਹੀਂ ਆਉਂਦੇ ਹੋਣੇ, ਪਰ ਜਿਹੜੇ ਕਿ ਸਾਨੂੰ ਯਾਦ ਕਰਨੇ ਬੜੇ ਜ਼ਰੂਰੀ ਸਨ। ਸਾਨੂੰ ਪਾਤਸ਼ਾਹ ਨੇ ਇੱਕ ਵੱਖਰਾ ਸਿਧਾਂਤ ਦਿੱਤਾ ਹੈ, ਵੱਖਰੇ ਸਾਡੇ ਕੈਲੰਡਰ ਬਣੇ ਨੇ, ਵੱਖਰਾ ਸਭ ਕੁਝ ਪਾਤਸ਼ਾਹ ਨੇ ਦੁਨੀਆ ਨਾਲੋਂ ਕਰਕੇ ਦਿੱਤਾ ਹੈ। ਪਰ ਉਦੋਂ ਉਸ ਅਫਸੋਸ ਹੁੰਦਾ ਹੈ ਕਿ ਜਦੋਂ ਸਾਨੂੰ ਆਪਣੇ ਇਹਨਾਂ ਨਾਵਾਂ ਦਾ ਗਿਆਨ ਨਹੀਂ ਹੁੰਦਾ, ਇਹਨਾਂ ਮਹੀਨਿਆਂ ਦੇ ਨਾਮ ਤੱਕ ਨਹੀਂ ਆਉਂਦੇ। ਮਹਾਰਾਜ ਨੇ ਤਾਂ ਬਾਣੀ ਦੇ ਵਿੱਚ ਇਹਨਾਂ ਮਹੀਨਿਆਂ ਦਾ ਜ਼ਿਕਰ ਕਰ ਦਿੱਤਾ ਕਿ 12 ਮਾਹ ਤਾਂ ਤੂੰ ਹਰ ਮਹੀਨੇ ਪੜ੍ਹੇਗਾ ਹੀ ਪੜ੍ਹੇਗਾ ਨਾ, ਤਾਂ ਕਿ ਤੈਨੂੰ 12 ਮਾਹ ਜਦੋਂ ਪਾਠ ਕਰੇ, ਜਦੋਂ ਸੁਣੇ, ਉਹਦੀ ਵਿਚਾਰ ਸੁਣੇ, ਤੈਨੂੰ ਮਹੀਨੇ ਦਾ ਨਾਮ ਵੀ ਯਾਦ ਆ ਜਾਏ। ਲੇਕਿਨ ਇਹ ਸਾਰੀ ਗੱਲ ਅੰਦਰ ਦੀ ਹੈ, ਰੂਹਾਨੀਅਤ ਦੀ ਹੈ, ਅਧਿਆਤਮ ਦੀ ਹੈ। ਹੁਣ ਫੱਗਣ ਮਹੀਨਾ ਆਇਆ, ਧੰਨ ਗੁਰੂ ਅਰਜਨ ਸਾਹਿਬ ਕਹਿ ਰਹੇ ਨੇ ਜਿਹੜੇ ਮਾਘ ਦੇ ਮਹੀਨੇ ਸੁੱਚੇ ਹੋਏ ਸਨ, ਹੁਣ ਫੱਗਣ ਦੇ ਮਹੀਨੇ ਵਿੱਚ ਉਹਨਾਂ ਦੀ ਜ਼ਿੰਦਗੀ 'ਚ ਆਨੰਦ ਆ ਗਿਆ। ਫਲ ਗੁਣ ਆਨੰਦ ਉਪਾਰਜਨਾ, ਫਲ
ਜਦੋਂ ਇਹਨੂੰ ਪਦਛੇਦ ਕਰਕੇ ਪਾਠ ਕਰੋਗੇ, ਫਲ ਗੁਣ, ਫਲ ਤਾਂ ਮਿਲਿਆ, ਕਿਉਂਕਿ ਕੋਈ ਵੀ ਇਨਸਾਨ ਜਦੋਂ ਬੀਜ ਬੀਜਦਾ ਹੈ ਉਹਦੀ ਇੱਕ ਭਾਵਨਾ ਹੁੰਦੀ ਹੈ, ਇੱਕ ਇੱਛਾ ਹੁੰਦੀ ਹੈ ਵੀ ਮੈਂ ਇਹਦੇ ਫਲ ਤੱਕ ਪਹੁੰਚਣਾ ਹੈ। ਕੋਈ ਬਾਗ ਲਾਉਂਦਾ ਹੈ, ਉਹਦੀ ਇੱਛਾ ਹੁੰਦੀ ਹੈ ਵੀ ਇਹ ਫਲ ਕਿੱਦੇ ਦੇਣ ਲੱਗੇਗਾ। ਕੋਈ ਘਰ ਵਿੱਚ ਫਲਦਾਰ ਬੂਟਾ ਲਾਉਂਦਾ ਹੈ, ਉਹਦੀ ਇੱਛਾ ਹੁੰਦੀ ਹੈ ਇਹਨੂੰ ਫਲ ਕਦੋਂ ਲੱਗਣਗੇ। ਕੋਈ ਖੇਤ ਵਿੱਚ ਖੇਤੀ ਬੀਜ ਕੇ ਆਉਂਦਾ ਹੈ, ਉਹਦੀ ਇੱਛਾ ਹੁੰਦੀ ਹੈ ਬੜਾ ਸਾਂਭ ਕੇ ਉਸ ਖੇਤੀ ਦੀ ਉਹ ਪਰਵਰਿਸ਼ ਕਰਦਾ ਕਿ ਇਹ ਫਲ ਤੱਕ ਸੁੱਖ ਸ਼ਾਂਤੀ ਨਾਲ ਪਹੁੰਚੇ, ਗੜੇਮਾਰੀ ਤੋਂ ਬਚ ਜਾਏ ਤੇ ਇਹ ਗਰਮੀ ਸਰਦੀ ਤੋਂ ਬਚ ਜਾਏ, ਤਾਂ ਕਿ ਮੈਂ ਆਪਣੇ ਫਲ ਤੱਕ ਪਹੁੰਚ ਜਾਵਾਂ। ਮਹਾਰਾਜ ਕਹਿੰਦੇ 12ਵਾਂ ਮਹੀਨਾ 12ਵੀਂ ਪੌੜੀ ਤੇ ਪੈਰ ਰੱਖਿਆ ਤੇ ਫੱਗਣ ਦਾ ਮਹੀਨਾ ਆਇਆ, ਫਲ ਦੇਣ ਵਾਲਾ ਮਹੀਨਾ ਆ ਗਿਆ। ਜਿਹੜਾ ਤੂੰ ਚੇਤ ਦੇ ਮਹੀਨੇ 'ਚ ਬੀਜ ਬੀਜਿਆ ਸੀ ਨਾ, ਉਸ ਬੀਜੇ ਹੋਏ ਬੀਜ ਨੂੰ ਹੁਣ 12ਵੇਂ ਮਹੀਨੇ ਫੱਗਣ ਦੇ ਮਹੀਨੇ ਫਲ ਲੱਗਣਾ ਹੈ। ਫਲ ਵੀ ਗੁਣਾਂ ਵਾਲਾ ਲੱਗਣਾ ਹੈ, ਗੁਣ ਸਹਿਤ ਫਲ ਲੱਗਣਾ ਹੈ। ਰੱਬ ਦੇ ਗੁਣਾਂ ਰੂਪੀ ਉਹਨੂੰ ਫਲ ਲੱਗੇਗਾ। ਤੇ ਇਸ ਫਲ ਵਿੱਚ ਕੀ ਹੋਏਗਾ? ਆਨੰਦ ਉਪਾਰਜਨਾ। ਉਪਾਰਜਨਾ ਦਾ ਮਤਲਬ ਹੁੰਦਾ ਉਪਜ ਜਾਣਾ, ਪ੍ਰਕਾਸ਼ ਹੋ ਜਾਣਾ, ਪੈਦਾ ਹੋ ਜਾਣਾ। ਇਸ ਫਲ ਦੀ ਨਿਸ਼ਾਨੀ ਕੀ ਹੈ? ਜਿਹੜਾ ਤੂੰ ਚੇਤ ਦੇ ਮਹੀਨੇ ਵਿੱਚ ਬੀਜ ਬੀਜ ਕੇ ਤੁਰਿਆ, 12ਵੀਂ ਪੌੜੀ ਤੇ ਪੈਰ ਰੱਖਿਆ, 12ਵਾਂ ਮਹੀਨਾ ਆਇਆ, ਫਲ ਗੁਣ ਆਇਆ, ਫਲ ਦੇਣ ਵਾਲਾ ਮਹੀਨਾ ਆਇਆ। ਰੱਬ ਦੀ ਰੱਬੀ ਰਹਿਮਤ ਰੂਪੀ ਫਲ ਇਹਨੂੰ ਲੱਗ ਗਿਆ, ਰੱਬ ਦੇ ਗੁਣਾਂ ਰੂਪੀ ਇਹਨੂੰ ਫਲ ਲੱਗ ਗਿਆ। ਭਾਵ ਕਿ ਰੱਬ ਦੇ ਗੁਣ ਇਸ ਜ਼ਿੰਦਗੀ ਵਿੱਚੋਂ ਅੰਦਰੋਂ ਪੈਦਾ ਹੋ ਗਏ ਨੇ, ਰੱਬ ਦੇ ਗੁਣ ਅੰਦਰੋਂ ਪ੍ਰਗਟ ਹੋ ਗਏ ਨੇ। ਇਹ ਚੇਤ ਤੋਂ ਚੱਲਿਆ, ਅੱਜ ਫਲ ਸਹਿਤ ਪਰਮਾਤਮਾ ਦੇ ਘਰ ਪ੍ਰਵਾਨ ਹੋ ਗਿਆ। ਇਹ ਆਪਣਾ ਸਾਰਾ ਸਾਲ ਹੀ ਸਫਲ ਕਰ ਗਿਆ। ਫਲ ਗੁਣ ਆਨੰਦ ਉਪਾਰਜਨਾ। ਜ਼ਿੰਦਗੀ ਦੇ ਵਿੱਚ ਜੇ ਸੁੱਖ ਆਉਂਦਾ ਹੈ, ਨਾਲ ਉਹਦੇ ਦੁੱਖ ਵੀ ਆ ਜਾਂਦਾ। ਜ਼ਿੰਦਗੀ 'ਚ ਖੁਸ਼ੀਆਂ ਆਉਂਦੀਆਂ ਨੇ, ਉਹਦਾ ਓਪੋਜਿਟ ਸ਼ਬਦ ਗਮ ਹੈ। ਜ਼ਿੰਦਗੀ ਵਿੱਚ ਜੇ ਕੁਝ ਚੰਗਾ ਹੁੰਦਾ ਹੈ, ਉਹਦਾ ਵਿਰੋਧੀ ਸ਼ਬਦ ਮਾੜਾ ਵੀ ਹੋ ਜਾਂਦਾ ਹੈ। ਜ਼ਿੰਦਗੀ ਦੇ ਵਿੱਚ ਜੇ ਹਰਖ ਹੈ ਤਾਂ ਸੋਗ ਵੀ ਹੈ। ਜ਼ਿੰਦਗੀ ਵਿੱਚ ਜੇ ਬੁਰਾ ਹੈ ਤਾਂ ਭਲਾ ਵੀ ਹੈ। ਦੋਵੇਂ ਸ਼ਬਦ ਬਰਾਬਰ ਚੱਲਦੇ ਆ। ਪਰ ਯਾਦ ਰੱਖਿਓ, ਜ਼ਿੰਦਗੀ ਵਿੱਚ ਜਦੋਂ ਆਨੰਦ ਆ ਜਾਏ, ਆਨੰਦ ਦਾ ਵਿਰੋਧੀ ਸ਼ਬਦ ਹੀ ਕੋਈ ਨਹੀਂ ਹੈ। ਚੇਤ ਗੋਬਿੰਦ ਅਰਾਧੀਐ, ਹੋਵੇ ਆਨੰਦ ਕਣਾ। ਪਾਤਸ਼ਾਹ ਨੇ ਦੱਸਿਆ, ਚੇਤ ਪਰਮਾਤਮਾ ਨੂੰ ਸਿਮਰਨਾ ਸ਼ੁਰੂ ਕਰ, ਉਹਨੂੰ ਆਪਣੇ ਚੇਤੇ ਵਿੱਚ ਲੈ ਕੇ ਬਹੁਤ ਆਨੰਦ ਕਣਾ ਦਾ ਮਤਲਬ ਬੜਾ ਹੀ ਆਨੰਦ ਆਏਗਾ। ਅੱਜ ਉਹ ਆਨੰਦ ਪੈਦਾ ਹੋਇਆ 12ਵੇਂ ਮਹੀਨੇ 'ਚ ਆ ਕੇ। ਉਹਨਾਂ ਦੇ ਅੰਦਰ ਇਹ ਆਨੰਦ ਪੈਦਾ ਹੋਣਾ ਜਿਹੜੇ ਚੇਤ ਤੋਂ ਸਫ਼ਰ ਕਰਕੇ ਸ਼ੁਰੂ ਚੱਲੇ। ਔਰ ਇੱਕ ਬੇਨਤੀ ਹੋਰ ਯਾਦ ਰੱਖਿਓ, ਜੇ ਕਿਸੇ ਦੇ ਚੇਤਰ ਮਹੀਨੇ ਵਿੱਚ ਹੀ ਅੰਦਰ ਫਲ ਲੱਗ ਗਿਆ, ਗੁਣਾਂ ਦਾ ਫਲ ਲੱਗ ਗਿਆ, ਆਨੰਦ ਪੈਦਾ ਹੋ ਗਿਆ, ਅੰਦਰੋਂ ਰੱਬ ਪ੍ਰਗਟ ਹੋ ਗਿਆ, ਤਾਂ ਸਮਝ ਲਓ ਉਹ ਚੇਤਰ ਮਹੀਨੇ 'ਚ ਹੀ ਫੱਗਣ 'ਚ ਜਿਉਂ ਰਿਹਾ। ਜੇ ਫੱਗਣ ਦਾ ਮਹੀਨਾ ਚੜ ਗਿਆ ਪਰ ਅੰਦਰੋਂ ਪਰਮਾਤਮਾ ਪ੍ਰਗਟ ਨਹੀਂ, ਰੱਬ ਪ੍ਰਗਟ ਨਹੀਂ ਹੋਇਆ, ਉਹਦੇ ਗੁਣ ਪ੍ਰਗਟ ਨਹੀਂ ਹੋਏ, ਆਨੰਦ ਪ੍ਰਗਟ ਨਹੀਂ ਹੋਇਆ, ਫਿਰ ਉਹ ਫੱਗਣ ਦਾ ਮਹੀਨਾ ਬੇਸ਼ੱਕ ਚੜਿਆ, ਉਹਦੇ ਲਈ ਤਾਂ ਕੈਲੰਡਰ ਤੇ ਫੱਗਣ ਦਾ ਮਹੀਨਾ ਆਇਆ, ਪਰ ਜ਼ਿੰਦਗੀ 'ਚ ਫੱਗਣ ਨਹੀਂ ਆਇਆ। ਜੀਵਨ ਵਿੱਚ ਫਲ ਗੁਣ ਨਹੀਂ ਆਇਆ। ਇੱਕ ਕੈਲੰਡਰ ਤੇ ਮਹੀਨਾ ਬਦਲ ਗਿਆ, ਫਿਰ ਤਾਂ ਉਹਨੇ ਘਰ 'ਚ ਕੈਲੰਡਰ ਹੀ ਟੰਗਿਆ ਹੋਇਆ। ਪਰ ਉਸ ਫੱਗਣ ਦੇ ਮਹੀਨੇ 'ਚ ਉਪਦੇਸ਼ ਕੀ ਮਹਾਰਾਜ ਨੇ ਦਿੱਤਾ, ਫੱਗਣ ਦੇ ਮਹੀਨੇ ਤੱਕ ਤੂੰ ਪਹੁੰਚਿਆ ਕਿੱਥੇ ਹੋਣਾ ਚਾਹੀਦਾ ਸੀ, ਉਹ ਰੂਹਾਨੀਅਤ ਸਫ਼ਰ ਕੋਈ ਨਹੀਂ ਹੈ। ਮਹਾਰਾਜ ਸਾਹਿਬ ਕਹਿੰਦੇ ਨੇ, ਫਲ ਗੁਣ ਆਨੰਦ ਉਪਾਰਜਨਾ। ਅਗਲਾ ਬਚਨ ਹੈ, ਹਰ ਸੱਜਣ ਪ੍ਰਗਟੇ ਆਏ। ਇਹਦੇ ਅਰਥ ਕੀ ਨੇ? ਇਹਦਾ ਅਰਥ ਇਹ ਨਹੀਂ ਕਿ ਹੁਣ ਰੱਬ ਆਇਆ ਤੇ ਸਾਡੇ ਅੰਦਰ ਪ੍ਰਗਟ ਹੋ ਗਿਆ। ਆਇਆ ਤਾਂ ਉਹ ਹੁੰਦਾ ਹੁਣ ਜਿਵੇਂ ਬਾਹਰੋਂ ਗੁਰਸਿੱਖ ਸੰਗਤਾਂ ਅੰਦਰ ਆ ਰਹੀਆਂ ਤੇ ਆਪਾਂ ਕਹਿੰਦੇ ਹਾਂ ਜੀ ਫਲਾਨਾ ਆ ਗਿਆ, ਪਰ ਇੱਕ ਪਹਿਲਾਂ ਹੀ ਅੰਦਰ ਬੈਠਾ ਹੋਵੇ ਪਰ ਘੁੱਪ ਹਨੇਰਾ ਹੋਵੇ, ਉਹ ਨਜ਼ਰ ਨਹੀਂ ਆ ਰਿਹਾ। ਬੈਠਾ ਜ਼ਰੂਰ ਹੈ ਅੰਦਰ, ਫਿਰ ਉਹਦੇ ਲਈ ਬਹੁਤੇ ਪ੍ਰਕਾਸ਼ ਦੀ, ਬਹੁਤੀ ਰੋਸ਼ਨੀ, ਚਾਨਣ ਦੀ ਲੋੜ ਪੈਂਦੀ ਹੈ। ਦੀਵਾ ਬਾਲਿਆ, ਕੋਈ ਬਲਬ ਵਾਲਿਆ, ਕੋਈ ਟਿਊਬ ਵਾਲੀ, ਜਦੋਂ ਪ੍ਰਕਾਸ਼ ਹੋਇਆ ਤਾਂ ਜਿਹੜਾ ਅੰਦਰ ਪਹਿਲਾਂ ਹੀ ਬੈਠਾ ਉਹ ਬਸ ਦਿਸਣ ਲੱਗ ਪਿਆ। ਗੱਲ ਇੰਨੀ ਕੀ ਹੈ, ਰੱਬ ਬਾਹਰੋਂ ਨਹੀਂ ਆਇਆ, ਰੱਬ ਸਾਡੇ ਅੰਦਰ ਹੀ ਸੀ। ਪਰ ਗੁਰੂ ਨੇ ਜਿਹੜਾ ਗਿਆਨ ਦਿੱਤਾ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਜਿਹੜਾ ਅੰਦਰ ਬੈਠਾ ਜੋਤ ਰੂਪ ਹੋ ਕੇ ਪਰਮਾਤਮਾ ਅੰਦਰ ਬੈਠਾ, ਪ੍ਰਗਟ ਕਿਵੇਂ ਹੁੰਦਾ? ਗੁਰ ਸਾਖੀ ਜੋਤ ਪ੍ਰਗਟ ਹੋਏ। ਜਿਹਨੇ ਗੁਰੂ ਦੀ ਸਿੱਖਿਆ ਅੰਦਰ ਧਾਰਨ ਕਰ ਲਈ, ਗੁਰੂ ਦੀ ਸਿੱਖਿਆ ਰਾਹੀਂ ਉਹ ਅੰਦਰੋਂ ਪ੍ਰਗਟ ਹੋ ਗਿਆ। ਪ੍ਰਗਟ ਦਾ ਮਤਲਬ ਜਿਵੇਂ ਧਰਤੀ ਦੇ ਥੱਲੇ ਪਾਣੀ ਹੈ, ਪਰ ਸਾਡੇ ਤੇ ਪਾਣੀ ਦੇ ਵਿਚਕਾਰ ਮਿੱਟੀ, ਕੰਕਰੀਟ, ਪੱਥਰ,
ਇਦਾਂ ਦਾ ਕੁਛ ਇੱਕ ਰੁਕਾਵਟ ਹੈ, ਇੱਕ ਦੀਵਾਰ ਹੈ। ਜਦੋਂ ਅਸੀਂ ਇਹ ਮਿੱਟੀ ਨੂੰ, ਉਹਨਾਂ ਪੱਥਰਾਂ ਨੂੰ, ਉਹਨਾਂ ਕੰਕਰੀਟ ਨੂੰ ਪਾਸੇ ਕਰ ਦਿੰਦੇ ਤੇ ਪਾਣੀ ਪ੍ਰਾਪਤ ਹੋ ਜਾਂਦਾ ਹੈ। ਇਹ ਤਾਂ ਨਹੀਂ ਨਾ ਵੀ ਪਾਣੀ ਕਿਤੋਂ ਹੋਰ ਲੈ ਕੇ ਆਉਣਾ ਪਿਆ, ਪਾਣੀ ਤਾਂ ਪਹਿਲਾਂ ਹੀ ਵਿੱਚ ਸੀ, ਬਸ ਥੋੜੀ ਜਿਹੀ ਮਿਹਨਤ ਕੀਤੀ ਤੇ ਅੰਦਰੋਂ ਸਾਨੂੰ ਪਾਣੀ ਪ੍ਰਗਟ ਹੋ ਗਿਆ। ਹਰ ਲੱਕੜ ਦੇ ਵਿੱਚ ਅੱਗ ਹੁੰਦੀ ਹੈ, ਪ੍ਰਗਟ ਕਰਨ ਦੀ ਯੁਕਤੀ ਹੋਵੇ। ਹਰ ਦੁੱਧ ਦੇ ਵਿੱਚ ਦਹੀਂ ਹੁੰਦਾ ਹੈ, ਲੇਕਿਨ ਉਹਨੂੰ ਪ੍ਰਗਟ ਕਰਨ ਵਾਸਤੇ ਜਾਗ ਲਾਉਣਾ ਪੈਂਦਾ ਹੈ, ਵਿੱਚੋਂ ਹੀ ਪ੍ਰਗਟ ਹੋ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਆ ਕਿ ਪਰਮਾਤਮਾ ਤੇਰੇ ਅੰਦਰ ਹੈ ਭਾਈ। ਪਰਮਾਤਮਾ ਲਈ ਅਸੀਂ ਸ਼ਬਦ ਕੀ ਵਰਤਦੇ ਹਾਂ? ਅਸੀਂ ਉਹਨੂੰ ਅਲੱਖ ਕਹਿੰਦੇ ਹਾਂ, ਪਰਮਾਤਮਾ ਨੂੰ ਅਸੀਂ ਅਗੰਮ ਕਹਿੰਦੇ ਹਾਂ, ਪਰਮਾਤਮਾ ਨੂੰ ਅਸੀਂ ਅਗੋਚਰ ਵੀ ਕਹਿੰਦੇ ਹਾਂ। ਅਲੱਖ ਦਾ ਅਰਥ ਹੁੰਦਾ ਜਿਹੜਾ ਲਖਿਆ ਨਾ ਜਾਵੇ, ਦੇਖਿਆ ਨਾ ਜਾਵੇ। ਅਗੰਮ ਦਾ ਅਰਥ ਹੁੰਦਾ ਜਿਹੜਾ ਪਹੁੰਚ ਵਿੱਚ ਨਾ ਹੋਵੇ, ਅਪਹੁੰਚ ਹੋਵੇ, ਜਿਹਦੇ ਤੱਕ ਪਹੁੰਚਿਆ ਨਾ ਜਾਵੇ। ਤੀਸਰਾ ਅਰਥ ਹੈ ਅਗੋਚਰ। ਇਹ ਨਾਮ ਰੱਬ ਦਾ ਹੈ, ਉਹਨੂੰ ਅਗੋਚਰ ਵੀ ਕਿਹਾ ਜਾਂਦਾ ਹੈ। ਅਗੋਚਰ ਜਿਹੜਾ ਇੰਦਰੀਆਂ ਦੇ ਗੋਚਰੇ ਨਾ ਹੋਵੇ, ਇੰਦਰੀਆਂ ਦੀ ਪਕੜ ਵਿੱਚ ਵੀ ਨਾ ਆਵੇ। ਪੰਜ ਗਿਆਨ ਇੰਦਰੀਆਂ ਅੱਖਾਂ ਨੇ, ਨੱਕ ਹੈ, ਕੰਨ ਹੈ, ਜੀਭ ਹੈ, ਚਮੜੀ ਹੈ, ਇਹ ਸਾਰੇ ਗਿਆਨ ਇੰਦਰੀਆਂ, ਪਰ ਇਹ ਸਾਨੂੰ ਗਿਆਨ ਬਾਹਰ ਦਾ ਦਿੰਦੇ ਆ। ਹੁਣ ਜੇ ਰੱਬ ਨੂੰ ਕਿਸੇ ਨੇ ਵੇਖਣਾ ਚੱਖਣਾ ਹੋਵੇ, ਹੱਥ ਲਾ ਕੇ ਸਪਰਸ਼ ਨਹੀਂ ਰੱਬ ਨੂੰ ਕੀਤਾ ਜਾ ਸਕਦਾ। ਆਹ ਅੱਖਾਂ ਨਾਲ ਰੱਬ ਨੂੰ ਨਹੀਂ ਵੇਖਿਆ ਜਾ ਸਕਦਾ। ਲੋਇਣ ਲੋਈ ਡਿੱਠ ਮੈਂ, ਇਹ ਅੱਖਾਂ ਨਾਲ, ਲੋਈ ਦਾ ਮਤਲਬ ਹੁੰਦਾ ਲੁਕਾਈ, ਮਾਨਵਤਾ। ਇਹ ਅੱਖਾਂ ਨਾਲ ਲੁਕਾਈ ਰੱਬ ਦੀ ਸ੍ਰਿਸ਼ਟੀ ਵੇਖ ਸਕਦੇ ਹੋ, ਪਰ ਨਾਨਕ ਅੱਖੜੀਆਂ ਸੇ ਬਿਆਨ ਜਿੰਨੀ ਡਿਸੰਦੋ ਮਾਂਪਰੀ, ਅੱਖਾਂ ਹੀ ਹੋਰ ਨੇ ਜਿਨ੍ਹਾਂ ਨਾਲ ਉਹ ਨਜ਼ਰ ਆਉਂਦਾ। ਕਿਸੇ ਨੇ ਕੰਨਾਂ ਰਾਹੀਂ ਰੱਬ ਸੁਣਨਾ ਹੋਵੇ, ਨਹੀਂ ਸੁਣ ਸਕਦੇ, ਅਗੋਚਰ ਹੈ। ਗਿਆਨ ਇੰਦਰੀਆਂ ਦੀ ਇਸ ਪਕੜ 'ਚ ਹੀ ਨਹੀਂ ਆ ਸਕਦਾ। ਕਿਸੇ ਨੇ ਜੀਭ ਨਾਲ ਚੱਖ ਕੇ ਵੇਖਣਾ ਹੋਵੇ, ਨਹੀਂ ਚੱਖਿਆ ਜਾਣਾ। ਕਿਸੇ ਨੇ ਸਪਰਸ਼ ਕਰਕੇ ਵੇਖਣਾ ਹੋਵੇ, ਨਹੀਂ ਹੋਣਾ। ਕਿਸੇ ਨੇ ਨਾਸਕਾਂ ਨਾਲ ਰੱਬ ਨੂੰ ਸੁੰਘਣਾ ਹੋਵੇ, ਉਹਦੀ ਖੁਸ਼ਬੂ ਸੁਗੰਧੀ ਮੰਨਣੀ ਹੋਵੇ, ਨਹੀਂ ਹੋ ਸਕਦਾ, ਕਿਉਂਕਿ ਅਗੋਚਰ ਹੈ। ਅਗੰਮ ਦਾ ਅਰਥ ਹੁੰਦਾ ਅਪਹੁੰਚ, ਜਿਹਦੇ ਤੱਕ ਪਹੁੰਚਿਆ ਨਾ ਜਾਵੇ, ਪਹੁੰਚ ਤੋਂ ਪਰੇ ਹੋਵੇ, ਉਹਨੂੰ ਅਗੰਮ ਕਹਿੰਦੇ ਆ। ਜੇ ਉਹ ਅਲੱਖ ਹੈ, ਵੇਖਿਆ ਨਹੀਂ ਜਾਂਦਾ, ਜੇ ਉਹ ਅਗੰਮ ਹੈ, ਪਹੁੰਚ ਤੋਂ ਪਰੇ ਹੈ, ਜੇ ਉਹ ਅਗੋਚਰ ਹੈ, ਇੰਦਰੀਆਂ ਦੀ ਗੋਚਰੇ ਨਹੀਂ, ਫਿਰ ਇੰਨਾ ਅਡੰਬਰ ਕਿਉਂ? ਫਿਰ ਖੋਜ ਕਿਹਦੀ ਹੋ ਰਹੀ ਹੈ? ਹਰ ਕਿਸੇ ਨੂੰ ਪੁੱਛੋ, ਕਹਿੰਦਾ ਬਸ ਰੱਬ ਨੂੰ, ਜੇ ਕਿਤੇ ਰੱਬ ਮਿਲ ਜਾਏ, ਜੇ ਕਿਤੇ ਰੱਬ ਪੈਦਾ ਹੋ ਜਾਏ, ਕਿਤੇ ਰੱਬ ਨਾਲ ਗੱਲ ਹੋ ਜਾਏ। ਹਰ ਬੰਦਾ ਰੱਬ ਦੀ ਖੋਜ 'ਚ ਲੱਗਿਆ, ਪਰ ਬਾਦਸ਼ਾਹ ਕਹਿੰਦੇ ਉਹ ਲੱਖ ਹੈ, ਅਗੰਮ ਹੈ, ਅਗੋਚਰ ਹੈ, ਨਾ ਪਹੁੰਚ ਆਉਂਦਾ, ਨਾ ਇੰਦਰੀਆਂ ਗੋਚਰੇ ਆਉਂਦਾ, ਫਿਰ ਕਿਵੇਂ ਦੇਖੇਗਾ? ਪਰ ਪਾਤਸ਼ਾਹ ਨੇ ਨਿਰਾਸ਼ ਨਹੀਂ ਕਿਸੇ ਨੂੰ ਕੀਤਾ। ਮਹਾਰਾਜ ਕਹਿੰਦੇ ਦੋ ਨਾਮ ਹੋਰ ਵੀ ਨੇ। ਕੋਈ ਕਹਿੰਦਾ ਪ੍ਰਕਾਸ਼ਵਾਨ ਹੈ, ਕੋਈ ਕਹਿੰਦਾ ਰੱਬ ਅਨੁਭਵ ਦਾ ਵਿਸ਼ਾ ਹੈ। ਜੇ ਉਹ ਪ੍ਰਕਾਸ਼ਵਾਨ ਹੈ, ਪ੍ਰਕਾਸ਼ਵਾਨ ਦਾ ਮਤਲਬ ਜੇ ਮੇਰੇ ਸਾਹਮਣੇ ਤੁਸੀਂ ਬੈਠੇ, ਤੁਸੀਂ ਪ੍ਰਕਾਸ਼ਵਾਨ ਹੋ, ਪਰ ਪ੍ਰਕਾਸ਼ਵਾਨ ਜਿਹੜੀ ਚੀਜ਼ ਹੋਵੇ ਉਹਦੇ ਵਿਚਕਾਰ ਵਿੱਥ ਜ਼ਰੂਰ ਹੁੰਦੀ ਹੈ। ਮਾਈਕ ਮੇਰੇ ਇਸ ਵੇਲੇ ਸਭ ਤੋਂ ਨੇੜੇ ਹੈ, ਪਰ ਇਹਦੇ ਵਿੱਚ ਵੀ ਵਿੱਥ ਹੈ, ਕਿਉਂਕਿ ਪ੍ਰਕਾਸ਼ਵਾਨ ਹੈ। ਜਿਹੜਾ ਪ੍ਰਕਾਸ਼ਵਾਨ ਹੋਏਗਾ ਉਹਦੇ 'ਚ ਵਿੱਥ ਜ਼ਰੂਰ ਹੋਏਗੀ। ਪ੍ਰਕਾਸ਼ਵਾਨ ਨੂੰ ਵੇਖਣ ਲਈ ਪ੍ਰਕਾਸ਼ ਚਾਨਣ ਦੀ ਵੀ ਲੋੜ ਹੋਏਗੀ। ਪ੍ਰਕਾਸ਼ਵਾਨ ਨੂੰ ਵੇਖਣ ਲਈ ਅੱਖਾਂ ਦੀ ਲੋੜ ਹੋਏਗੀ। ਤੇ ਜਿਹੜਾ ਪ੍ਰਕਾਸ਼ਵਾਨ ਹੋਏਗਾ, ਸਭ ਤੋਂ ਪਹਿਲੀ ਫਿਰ ਤਿੰਨ ਗੱਲਾਂ ਪੱਕੀਆਂ ਨੇ। ਇੱਕ ਤਾਂ ਸਾਡੇ ਤੋਂ ਦੂਰ ਹੈ ਉਹ, ਦੂਸਰੀ ਗੱਲ ਉਹਨੂੰ ਵੇਖਣ ਲਈ ਅੱਖਾਂ ਚਾਹੀਦੀਆਂ ਨੇ। ਜਿਹਦੇ ਕੋਲ ਅੱਖਾਂ ਨਹੀਂ ਹੋਣਗੀਆਂ ਫਿਰ ਉਹਨੂੰ ਕਿਵੇਂ ਵੇਖ ਸਕਦਾ? ਇਹਦਾ ਮਤਲਬ ਬਿਨਾਂ ਅੱਖਾਂ ਵਾਲੇ ਤਾਂ ਉਹਨੂੰ ਵੇਖ ਹੀ ਨਹੀਂ ਸਕਦੇ। ਗੁਰੂ ਗ੍ਰੰਥ ਸਾਹਿਬ ਵਿੱਚ 15 ਭਗਤਾਂ 'ਚੋਂ ਭਗਤ ਸੂਰਦਾਸ ਜੀ, ਜਿਨ੍ਹਾਂ ਦੀ ਇੱਕੋ ਹੀ ਤੁਕ ਹੈ ਬਾਣੀ ਦੇ ਅੰਦਰ, ਉਹਨਾਂ ਨੂੰ ਨਜ਼ਰ ਨਹੀਂ ਆਉਂਦਾ, ਲੇਕਿਨ ਉਹ ਰੱਬ ਨੂੰ ਵੇਖ ਰਹੇ ਆ। ਤਾਂ ਬਾਦਸ਼ਾਹ ਕਹਿੰਦੇ ਨੇ ਉਹ ਜੇ ਪ੍ਰਕਾਸ਼ਵਾਨ ਹੈ ਤਾਂ ਚਾਨਣ ਰੌਸ਼ਨੀ ਦੀ ਲੋੜ। ਇਹਦਾ ਮਤਲਬ ਰੱਬ ਸਾਡੇ ਤੋਂ ਦੂਰ ਹੋਇਆ, ਇਹਦਾ ਮਤਲਬ ਰੱਬ ਰੌਸ਼ਨੀ ਦਾ ਮੁਹਤਾਜ ਹੋਇਆ, ਇਹਦਾ ਮਤਲਬ ਰੱਬ ਕੇਵਲ ਅੱਖਾਂ ਵਾਲਿਆਂ ਨੂੰ ਦਿਸਦਾ, ਕਿਸੇ ਹੋਰ ਨੂੰ ਨਹੀਂ ਦਿਸਦਾ। ਦ੍ਰਿਸ਼ਟਹੀਣ ਨੂੰ, ਨੇਤਰਹੀਣ ਨੂੰ ਨਹੀਂ ਦਿਸ ਸਕਦਾ। ਇਹ ਤਿੰਨੇ ਗੱਲਾਂ ਰੱਬ ਤੇ ਲਾਗੂ ਨਹੀਂ ਹੁੰਦੀਆਂ। ਰੱਬ ਦੂਰ ਨਹੀਂ ਆ। ਬਾਦਸ਼ਾਹ ਕਹਿੰਦੇ ਨੇ ਪਰਮਾਤਮਾ ਦਾ ਭਾਈ ਇੱਕ ਮੁੱਲਾ ਉੱਚੀ ਉੱਚੀ ਵਾਂਗਾਂ ਦੇ ਰਿਹਾ ਸੀ, ਦੁਨੀਆ ਨੂੰ ਦੱਸ ਰਿਹਾ ਸੀ ਕਿ ਰੱਬ ਸੱਤਵੇਂ ਆਕਾਸ਼ ਵਿੱਚ ਬੈਠਾ, ਸੱਤਵੇਂ ਅਸਮਾਨ ਤੇ ਬੈਠਾ। ਉਹਨਾਂ ਦਾ ਇਹ ਸਿਧਾਂਤ ਹੈ, ਉਹਨਾਂ ਦਾ ਫਲਸਫਾ। ਉਹ ਕਹਿ ਰਹੇ ਆ ਕਿ ਰੱਬ ਸੱਤਵੇਂ ਆਕਾਸ਼ 'ਚ ਬੈਠਾ, ਤੁਸੀਂ ਸਾਡੇ ਕੋਲ ਆਓ, 5 ਨਮਾਜ਼ਾਂ ਪੜ੍ਹੋ, ਇੱਦਾਂ ਕਰਮ ਕਾਂਡ ਜੋ ਦੁਨੀਆ ਧਰਮ ਦੇ ਨੇ ਉਹ ਕਰੋ, ਤੇ ਤੁਹਾਨੂੰ ਉਹ ਸੱਤਵੇਂ ਆਕਾਸ਼ 'ਚ ਬੈਠਾ ਖੁਦਾ ਮਿਲ ਜਾਏਗਾ, ਪਰਮਾਤਮਾ ਮਿਲ ਜਾਏਗਾ। ਲੇਕਿਨ ਧੰਨ ਗੁਰੂ ਨਾਨਕ ਸਾਹਿਬ ਨੇ ਕਿਹਾ ਹੈ ਹਜ਼ੂਰ ਕਤ ਦੂਰ ਬਤਾਵੋ। ਭਾਈ ਰੱਬ ਤਾਂ ਇੰਨਾ ਨੇੜੇ ਆ, ਤੂੰ ਮੁੱਲਾ ਜੀ ਦੂਰ ਕਿਉਂ ਬਤਾ ਰਿਹਾ ਹੈ? ਦੁਨੀਆ ਨੂੰ ਦੂਰ ਕਿਉਂ ਦੱਸ ਰਿਹਾ? ਉਹ ਤਾਂ ਬਹੁਤ ਨੇੜੇ ਹੈ।
ਉਹ ਤਾਂ ਹਰ ਵੇਲੇ ਨੇੜੇ ਆ। ਦੁੱਧਰ ਬੰਧੋ ਸੁੰਦਰ ਪਾਵੋ। ਆ ਜਿਹੜੀ ਇੱਕ ਵਿਕਾਰਾਂ ਦੀ ਪਾਲਕ ਹੈ, ਇੱਕ ਵਿਕਾਰ ਜਿਹੜੇ ਲੱਗਿਆ, ਇਹ ਵਿਕਾਰਾਂ ਦੀ ਕੰਧ, ਵਿਕਾਰਾਂ ਦੇ ਮੈਲ ਵਾਲੇ ਜਿਹੜੇ ਇਹ ਖਿਆਲ ਨੇ, ਪਾਸੇ ਕਰ ਤੈਨੂੰ ਅੰਦਰੋਂ ਹੀ ਦਿਸ ਜਾਣਾ। ਉਹ ਮਹਾਰਾਜ ਸਾਹਿਬ ਦਾ ਬਚਨ ਹੈ, ਸਾਜਣੜਾ ਮੇਰਾ ਸਾਜਣੜਾ, ਨਿਕਟ ਖਲੋਏੜਾ ਮੇਰਾ ਸਾਜਣੜਾ, ਜਾਨੀੜਾ ਹਰ ਜਾਨੀੜਾ, ਨੈਣ ਅਲੋਏੜਾ ਹਰ ਜਾਨੀੜਾ, ਨੈਣ ਅਲੋਇਆ ਘਟ ਘਟ ਸੋਇਆ, ਅਤ ਅੰਮ੍ਰਿਤ ਭਰਿਆ ਗੂੜਾ, ਨਾਲ ਉਹ ਬੰਦਾ ਲਹਿ ਨਾ ਸੁਕੰਦਾ, ਸਵਾਵ ਨਾ ਜਾਣੈ ਮੂੜਾ, ਮਾਇਆ ਮਦ ਮਾਤਾ, ਹੋਛੀ ਬਾਤਾ ਮਿਲਣ ਨਾ ਜਾਈ, ਭਰਮ ਦੜਾ ਕਹੋ ਨਾਨਕ ਗੁਰ ਮਾਤਾ ਹੋਛੀ, ਕਹੋ ਨਾਨਕ ਗੁਰ ਬਿਨ ਨਹੀਂ ਸੂਝੈ, ਹਰ ਸਾਜਨ ਸਭ ਕੈ ਨਿਕਟ ਖੜਾ। ਇਹ ਇਨਸਾਨ ਨੂੰ ਸਮਝ ਨਹੀਂ ਆਉਂਦੀ, ਉਹ ਪਰਮਾਤਮਾ ਦਾ ਸਾਰਿਆਂ ਦੇ ਨੇੜੇ ਖੜਾ ਹੈ। ਪਰ ਕਈ ਸਿਧਾਂਤ ਕਹਿੰਦੇ ਉਹ ਦੂਰ ਹੈ। ਕੋਈ ਕਹਿੰਦਾ ਜੰਗਲਾਂ 'ਚ ਹੈ, ਕੋਈ ਕਹਿੰਦਾ ਤੀਰਥਾਂ 'ਤੇ ਆ, ਕੋਈ ਕਹਿੰਦਾ ਫਲਾਨੀ ਵਿਸ਼ੇਸ਼ ਥਾਂ 'ਤੇ ਧਾਰਮਿਕ ਜਗ੍ਹਾ 'ਤੇ ਉੱਥੇ ਬੈਠਾ ਹੈ, ਕੋਈ ਕਹਿੰਦਾ 7ਵੇਂ ਆਕਾਸ਼ 'ਚ, ਕੋਈ ਕਹਿੰਦਾ 7ਵੇਂ ਪਤਾਲ 'ਚ ਹੈ। ਬੜੀਆਂ ਪਰਿਭਾਸ਼ਾ ਪਰਮਾਤਮਾ ਦੇ ਪਰਥਾਏ ਦਿੱਤੀਆਂ, ਪਰ ਗੁਰਬਾਣੀ ਨੇ ਹਰ ਤੋਂ ਗੱਲ ਨਿਵੇਕਲੀ ਤੇ ਵੱਖਰੀ ਕੀਤੀ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਰੱਬ ਨੇ ਕਿਤੋਂ ਬਾਹਰੋਂ ਨਹੀਂ ਆਉਣਾ, ਰੱਬ ਪ੍ਰਕਾਸ਼ਮਾਨ ਨਹੀਂ, ਇੱਕ ਅਨੁਭਵ ਦਾ ਵਿਸ਼ਾ ਵੀ ਹੈ ਰੱਬ ਦਾ। ਕੋਈ ਇਨਸਾਨ ਬਹੁਤੇ ਘੁੱਪ ਹਨੇਰੇ 'ਚ ਖੜਾ ਹੋਵੇ, ਜੇ ਉਹਨੇ ਹੁਣ ਆਪਣੇ ਆਪ ਨੂੰ ਵੇਖਣਾ ਤਾਂ ਰੌਸ਼ਨੀ ਦੀ ਲੋੜ ਹੈ। ਪਰ ਜੇ ਰੌਸ਼ਨੀ ਨਾ ਵੀ ਹੋਵੇ, ਉਹਨੂੰ ਇਹ ਅਨੁਭਵ ਤਾਂ ਹੈ ਨਾ ਕਿ ਮੇਰੀ ਹੋਂਦ ਹੈ, ਉਹਦੀ ਆਵਾਜ਼ ਤਾਂ ਆ ਰਹੀ ਆ, ਬੋਲ ਤਾਂ ਰਿਹਾ, ਹਰਕਤ ਤਾਂ ਕਰ ਰਿਹਾ ਨਾ, ਸਿਰਫ ਦੇਖ ਹੀ ਨਹੀਂ ਰਿਹਾ ਆਪਣੇ ਆਪ ਨੂੰ। ਆਪਣੇ ਆਪ ਨੂੰ ਵੇਖਣਾ ਹੈ ਵੀ ਔਖਾ। ਇੱਕ ਵਿਗਿਆਨੀ ਦੂਰਬੀਨ ਦੇ ਨਾਲ ਆਕਾਸ਼ ਦੇ ਵਿੱਚ ਲੱਖਾਂ ਕਰੋੜਾਂ ਅਰਬਾਂ ਤਾਰਿਆਂ ਨੂੰ ਵੇਖ ਲੈਂਦਾ, ਇੱਕ ਦੂਰਬੀਨ ਨਾਲ ਵੇਖਦਾ। ਜੇ ਹੁਣ ਉਹਨੇ ਆਪਣੇ ਆਪ ਨੂੰ ਵੇਖਣਾ ਕਿ ਫਿਰ ਵੀ ਦੂਰਬੀਨ ਦੀ ਲੋੜ ਪਏਗੀ। ਜੇ ਆਪਣੇ ਆਪ ਨੂੰ ਵੇਖਣਾ ਫਿਰ ਤਾਂ ਦੂਰਬੀਨ ਦੀ ਲੋੜ ਨਹੀਂ ਨਾ। ਇਹ ਅੱਖਾਂ ਦੇ ਨਾਲ ਅਸੀਂ ਬਾਹਰ ਬਹੁਤ ਕੁਝ ਵੇਖ ਸਕਦੇ ਹਾਂ, ਪਰ ਜੇ ਆਪਣੇ ਆਪ ਨੂੰ ਵੇਖਣਾ ਹੋਏ ਫਿਰ ਇਹ ਅੱਖਾਂ ਨਹੀਂ ਵੇਖ ਸਕਦੀਆਂ। ਇਹਨਾਂ ਅੱਖਾਂ ਨਾਲ ਨਹੀਂ ਵੇਖਿਆ ਜਾ ਸਕਦਾ। ਪਰਮਾਤਮਾ ਅਨੁਭਵ ਦਾ ਵਿਸ਼ਾ, ਇਹ ਅਨੁਭਵ ਤਾਂ ਇੱਕ ਨੇਤਰਹੀਣ ਨੂੰ ਵੀ ਹੋ ਜਾਂਦਾ। ਇੱਕ ਨੇਤਰਹੀਣ ਬੰਦੇ ਨੂੰ ਚਲੋ ਦਿਸ ਕੁਛ ਨਹੀਂ ਰਿਹਾ, ਲੇਕਿਨ ਉਹਨੂੰ ਅਨੁਭਵ ਤਾਂ ਹੈ ਨਾ ਕਿ ਮੇਰੀ ਹੋਂਦ ਹੈ, ਕਿ ਮੇਰੀ ਵੀ ਕੋਈ ਹਸਤੀ ਹੈ। ਤੇ ਪਰਮਾਤਮਾ ਨੂੰ ਜਿਨ੍ਹਾਂ ਨੇ ਪਾਇਆ ਉਹਨਾਂ ਨੇ ਅਨੁਭਵ ਕੀਤਾ ਕਿ ਪਰਮਾਤਮਾ ਦੀ ਹਸਤੀ ਹੈ, ਪਰਮਾਤਮਾ ਦੀ ਹੋਂਦ ਹੈ, ਪਰਮਾਤਮਾ ਸਾਡੇ ਨੇੜੇ ਹੈ, ਪਰਮਾਤਮਾ ਸਾਡੇ ਅੰਦਰ ਵਸ ਰਿਹਾ। ਸਭ ਮੈਂ ਜੋਤ ਜੋਤ ਹੈ ਸੋਏ। ਉਹ ਪਰਮਾਤਮਾ ਦੂਰ ਨਹੀਂ ਹੈ। ਕਹਿ ਰਵਿਦਾਸ ਖਾਤ ਪੈ ਨੇਰੇ, ਸਹਿਜੇ ਹੋਏ ਸੋ ਹੋਈ। ਪਰ ਆ ਫੱਗਣ ਦਾ ਮਹੀਨਾ ਆਇਆ, ਜਿਹੜੇ ਗੁਰੂ ਦੇ ਦੱਸੇ ਹੋਏ ਉਪਦੇਸ਼ ਮੁਤਾਬਕ ਚੱਲਦੇ ਗਏ, ਤੁਰਦੇ ਗਏ। ਇੱਕ ਦਿਨੋਂ ਵਕਤ ਆਇਆ, ਫੱਗਣ ਦੇ ਮਹੀਨੇ 'ਚ ਹਰ ਸੱਜਣ ਪ੍ਰਗਟੇ ਆਏ। ਉਹ ਪਰਮਾਤਮਾ ਅੰਦਰੋਂ ਹੀ ਪ੍ਰਗਟ ਹੋ ਗਿਆ, ਅੰਦਰੋਂ ਹੀ ਦਰਸ਼ਨ ਦੀਦਾਰ ਹੋ ਗਏ। ਉਹ ਪਰਮਾਤਮਾ ਅੰਦਰੋਂ ਹੀ ਅਨੁਭਵ ਹੋ ਗਿਆ। ਫਿਰ ਇਨਸਾਨ ਨੇ ਮੱਥੇ ਨੂੰ ਹੱਥ ਮਾਰਿਆ ਕਿ ਜਿਹਨੂੰ ਮੈਂ ਇੰਨੀ ਦੂਰ ਤੱਕ ਲੱਭ ਰਿਹਾ ਸੀ, ਉਹ ਜਿਹਨੂੰ ਲੱਭਣ ਵਾਸਤੇ ਬੜੇ ਕਰਮ ਕਾਂਡ ਕੀਤੇ, ਤਾਂ ਘਰ ਵਿੱਚ ਹੀ ਮਿਲ ਗਿਆ। ਉਹ ਤਾਂ ਮੈਨੂੰ ਅੰਦਰੋਂ ਹੀ ਮਿਲ ਗਿਆ। ਪਰ ਅੰਦਰੋਂ ਮਿਲਣ ਵਾਸਤੇ ਯਾਦ ਰੱਖਿਓ, ਬੈਠਾ ਸਾਰਿਆਂ ਦੇ ਅੰਦਰ, ਮਿਲਣਾ ਗੁਰੂ ਦੇ ਰਾਹੀਂ ਉਹਨੇ। ਸਾਡੇ ਮੰਗਲਾਚਰਨ ਇਸ ਗੱਲ ਤੇ ਪੱਕੀ ਮੋਹਰ ਲਾ ਦਿੰਦੇ ਆ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ। ਪਰਮਾਤਮਾ ਦੀ ਸਾਰੀ ਡੈਫੀਨੇਸ਼ਨ ਦਿੱਤੀ, ਪਰਿਭਾਸ਼ਾ ਦਿੱਤੀ, ਪਰ ਮਿਲਣਾ ਗੁਰ ਪ੍ਰਸਾਦ। ਗੁਰੂ ਦੀ ਕਿਰਪਾ ਰਾਹੀਂ, ਗੁਰੂ ਦੇ ਰਾਹੀਂ ਉਸ ਪਰਮਾਤਮਾ ਤੱਕ ਪਹੁੰਚਿਆ ਜਾਣਾ। ਗੁਰੂ ਦੇ ਰਾਹੀਂ ਉਹਨੇ ਅੰਦਰੋਂ ਪ੍ਰਗਟ ਹੋਣਾ। ਜਿਨ੍ਹਾਂ ਦੇ ਅੰਦਰੋਂ ਪ੍ਰਗਟ ਹੋ ਜਾਏ, ਜ਼ਿੰਦਗੀ 'ਚ ਆਨੰਦ ਵਾਪਰ ਜਾਂਦਾ ਹੈ। ਆਨੰਦ ਹੀ ਆਨੰਦ, ਉਹ ਆਨੰਦ ਜਿਹਦਾ ਵਿਰੋਧੀ ਸ਼ਬਦ ਹੀ ਕੋਈ ਨਹੀਂ ਹੈ। ਜਦੋਂ ਰੱਬ ਅੰਦਰ ਪ੍ਰਗਟ ਹੁੰਦਾ ਹੈ, ਫਿਰ ਉਹਨੂੰ ਸਾਰਿਆਂ ਵਿੱਚ ਪਰਮਾਤਮਾ ਨਜ਼ਰ ਆਉਂਦਾ ਹੈ। ਜਿਹਨੂੰ ਹੁਣ ਤੱਕ ਲੱਗਦਾ ਸੀ ਮੈਂ ਵੱਡਾ ਤੇ ਇਹ ਛੋਟਾ ਹੈ, ਜਿਹੜਾ ਆਪਣੇ ਆਪ ਨੂੰ ਮਹਾਨ ਦੱਸ ਰਿਹਾ, ਦੂਸਰਿਆਂ ਨੂੰ ਐਵੇਂ ਸਮਝ ਰਿਹਾ। ਅੱਜ ਜਦੋਂ ਅੰਦਰ ਸੱਜਣ ਪ੍ਰਗਟ ਹੋਇਆ, ਪਰਮਾਤਮਾ ਪ੍ਰਗਟ ਹੋਇਆ, ਹੁਣ ਉਹਨੂੰ ਸਾਰੇ ਆਪਣੇ ਵਰਗੇ ਤੇ ਆਪਣੇ ਨਾਲੋਂ ਵਧੀਆ ਲੱਗ ਰਿਹਾ। ਹੁਣ ਆਪਣੇ ਵਾਸਤੇ ਤਾਂ ਉਹ ਕਹਿ ਰਿਹਾ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਈ। ਲੇਕਿਨ ਉਹਦੀ ਦ੍ਰਿਸ਼ਟੀ ਇਹੋ ਜਿਹੀ ਬਣ ਗਈ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਜੇ ਰੱਬ ਕੱਲਾ ਪ੍ਰਕਾਸ਼ਮਾਨ ਦਾ ਵਿਸ਼ਾ ਹੋਏਗਾ, ਜੇ ਰੱਬ ਚਾਨਣ ਦਾ ਮੁਤਾਜ ਹੋਏਗਾ, ਜੇ ਰੱਬ ਅੱਖਾਂ ਦਾ ਮੁਤਾਜ ਹੋਏਗਾ, ਜੇ ਰੱਬ ਸਾਡੇ ਤੋਂ ਦੂਰ ਹੋਏਗਾ, ਫਿਰ ਆਹ ਬਚਨ ਲਾਗੂ ਨਹੀਂ ਹੋਣਗੇ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਫਿਰ ਆਹ ਬਚਨ ਲਾਗੂ ਨਹੀਂ ਹੋਣਗੇ। ਘਟ ਘਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ। ਸਤਿਗੁਰੂ ਤਾਂ ਕਹਿੰਦੇ ਆ ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਪਰਮਾਤਮਾ ਦਾ ਤੇਰੇ ਅੰਦਰ ਆ, ਤੂੰ ਕਿਹੜੇ ਜੰਗਲਾਂ ਬਨਾਂ ਦੇ ਵਿੱਚ ਉਹਨੂੰ ਲੱਭਦਾ ਫਿਰਦਾ ਹੈ। ਜਿੰਨਾ ਜ਼ੋਰ ਬਾਹਰ ਲਾ ਰਿਹਾ, ਓਨਾ ਜ਼ੋਰ, ਓਨਾ ਧਿਆਨ, ਓਨੀ ਮਿਹਨਤ ਕਿਤੇ ਅੰਦਰ ਵੇਖਣ ਦੀ ਕਰ ਲੈ, ਤੈਨੂੰ ਅੰਦਰੋਂ ਹੀ ਪ੍ਰਗਟ ਹੋ ਜਾਏਗਾ। ਫੱਗਣ ਦਾ ਮਹੀਨਾ ਚੜਿਆ, ਉਹਨਾਂ ਲਈ ਸਫਲ ਹੋਣਾ।
ਜਿਨ੍ਹਾਂ ਦੇ ਅੰਦਰ ਅੱਜ ਉਹ ਸੱਜਣ ਪੁਰਖ ਨੇ ਪ੍ਰਗਟ ਹੋਣਾ ਹੈ। ਅੰਦਰ ਬੈਠਾ ਹੀ ਪ੍ਰਗਟ ਹੋਏਗਾ। ਜਿਵੇਂ ਗੁਰੂ ਨਾਨਕ ਸਾਹਿਬ ਲਈ ਵੀ ਸ਼ਬਦ ਸਤਿਗੁਰੂ ਨਾਨਕ ਪ੍ਰਗਟਿਆ, ਵਾਹ ਪ੍ਰਗਟਿਓ ਮਰਦ ਅਗੰਮੜਾ, ਪ੍ਰਗਟਿਆ ਸ਼ਬਦ ਵਰਤਿਆ ਭਾਈ ਗੁਰਦਾਸ ਸਾਹਿਬ ਨੇ। ਇਹਦਾ ਮਤਲਬ ਇਹ ਹੋਇਆ ਗੁਰੂ ਨਾਨਕ ਸਾਹਿਬ ਨਿਰਗੁਣ ਸਰੂਪ 'ਚ ਪਹਿਲਾਂ ਵੀ ਇੱਥੇ ਹੀ ਨੇ, ਅੱਜ ਪਰਮਾਤਮਾ ਦੇ ਹੁਕਮ ਮੁਤਾਬਕ ਸਰਗੁਣ ਸਰੂਪ ਵਿੱਚ ਪ੍ਰਗਟ ਹੋ ਗਏ ਹੋ। ਪ੍ਰਗਟ ਦੇ ਅਰਥ ਸਿਰਫ ਇੰਨਾ ਹੀ ਆ, ਜਿਹੜੀ ਚੀਜ਼ ਪਹਿਲਾਂ ਪਈ ਹੋਵੇ, ਸਾਨੂੰ ਨਜ਼ਰ ਨਹੀਂ ਆ ਰਹੀ, ਅਸੀਂ ਉਹਨੂੰ ਦੇਖਣ ਦਾ ਯਤਨ ਕੀਤਾ, ਕੋਸ਼ਿਸ਼ ਕੀਤੀ, ਉਹ ਜੇ ਸਾਧਨ ਬਣਾਏ ਤੇ ਸਾਨੂੰ ਦਿਸ ਪਿਆ। ਉਹ ਪਰਮਾਤਮਾ ਸਾਡੇ ਅੰਦਰ ਹੈ। ਇਹ ਵਿਆਖਿਆ ਬੜੀ ਸੁਣ ਲਈ, ਪਰ ਉਹ ਦਿਸੇ ਕਿਵੇਂ, ਇਹ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੱਸਦੇ ਆ ਕਿ ਮਹਾਰਾਜ ਸਾਹਿਬ ਕਹਿੰਦੇ ਆ 12 ਮਹੀਨੇ 12 ਪੌੜੀਆਂ ਜਿਹੜੀਆਂ ਦਿੱਤੀਆਂ ਨੇ ਨਾ, ਇੱਕ ਇੱਕ ਪੌੜੀ ਚੜ੍ਹਦਾ ਚੱਲ, ਚੇਤ ਮਹੀਨੇ ਤੋਂ ਸ਼ੁਰੂ ਕਰਕੇ ਵੇਖ, ਇੱਕ ਦਿਨ ਤੇਰੀ ਜ਼ਿੰਦਗੀ ਵਿੱਚ ਫਲ ਗੁਣ ਫੱਗਣ ਦਾ ਮਹੀਨਾ ਆਏਗਾ, ਉਹ ਫਲ ਦੇਣ ਵਾਲਾ ਮਹੀਨਾ ਆਏਗਾ, ਜਿਸ ਮਹੀਨੇ ਵਿੱਚ ਹਰ ਸੱਜਣ ਪ੍ਰਗਟੇ ਆਏ, ਤੇਰੇ ਅੰਦਰੋਂ ਉਹ ਪਰਮਾਤਮਾ ਪ੍ਰਗਟ ਹੋ ਜਾਏਗਾ ਤੇ ਜ਼ਿੰਦਗੀ 'ਚ ਆਨੰਦ ਵਾਪਰ ਜਾਏਗਾ, ਜ਼ਿੰਦਗੀ ਵਿੱਚ ਆਨੰਦ ਆ ਜਾਏਗਾ। ਜਿਨ੍ਹਾਂ ਦੇ ਅੰਦਰ ਉਹ ਪੁਰਖ ਪ੍ਰਗਟ ਹੋਇਆ ਨਾ, ਉਹਨਾਂ ਦੇ ਅੰਦਰੋਂ ਵਿਤਕਰੇ ਖਤਮ ਹੋ ਗਏ। ਭਾਈ ਸਾਹਿਬ ਭਾਈ ਕਨ੍ਹਈਆ ਜੀ, ਨਦੌਣ ਦਾ ਜੰਗ ਚੱਲ ਰਿਹਾ, ਕੁਝ ਸਿੱਖਾਂ ਨੇ ਜਾ ਕੇ ਸ਼ਿਕਾਇਤ ਕੀਤੀ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਹਥਿਆਰ ਰੱਖ ਦਿੱਤੇ ਮਹਾਰਾਜ ਦੇ ਚਰਨਾਂ ਵਿੱਚ ਜਾ ਕੇ। ਮਹਾਰਾਜ ਕਹਿੰਦੇ ਕੀ ਹੋਇਆ? ਕਹਿੰਦੇ ਆਪਾਂ ਨਹੀਂ ਜਿੱਤ ਸਕਦੇ। ਮਹਾਰਾਜ ਕਹਿੰਦੇ ਤੁਸੀਂ ਤਾਂ ਪਾਠ ਹੀ ਇਹ ਪੜਿਆ, ਨਿਸ਼ਚੈ ਕਰ ਆਪਣੀ ਜੀਤ ਕਰੋ, ਤੇ ਨਿਸ਼ਚਾ ਜਿੱਤ ਦੇ ਰੱਖਣ ਵਾਲੇ, ਇੰਨੇ ਭਰੋਸੇ ਨਾਲ ਜਿੱਤਣ ਵਾਲੇ ਗੱਲ ਕਹਿ ਰਹੇ ਆ ਵੀ ਅਸੀਂ ਜਿੱਤ ਨਹੀਂ ਸਕਦੇ। ਕਾਰਨ ਕੀ? ਕਹਿੰਦੇ ਜੀ ਸਾਡੇ 'ਚ ਜਸੂਸ ਫਿਰਦੇ ਆ, ਸਾਡੇ ਬੰਦੇ ਜਸੂਸ ਬਣ ਗਏ। ਮਹਾਰਾਜ ਕਹਿੰਦੇ ਕਦੋਂ ਆਇਆ ਜਸੂਸ? ਕਹਿੰਦੇ ਜੀ ਤਾਂ ਗੁਰੂ ਤੇਗ ਬਹਾਦਰ ਸਾਹਿਬ ਵੇਲੇ ਦਾ, ਪਹਿਚਾਣ ਅੱਜ ਹੋਈ ਹੈ। ਮਹਾਰਾਜ ਕਹਿੰਦੇ ਕੀ ਨਾਮ ਜਸੂਸ ਦਾ? ਕਹਿੰਦੇ ਭਾਈ ਕਨ੍ਹਈਆ। ਕਹਿੰਦੇ ਬੁਲਾਓ ਉਹਨੂੰ। ਪਾਤਸ਼ਾਹ ਕਹਿੰਦੇ ਹੋਇਆ ਕਰਿਆ ਕੀ ਨੇ? ਕਹਿੰਦੇ ਜੀ ਇਹ ਤਾਂ ਦੁਸ਼ਮਣਾਂ ਨੂੰ ਪਾਣੀ ਪਿਲਾ ਰਿਹਾ। ਉਹ ਪਾਣੀ ਪੀਂਦੇ ਆ ਤੇ ਸਾਡੇ ਨਾਲ ਫਿਰ ਲੜਨ ਲੱਗ ਪੈਂਦੇ ਆ। ਸਾਨੂੰ ਤਾਂ ਇਉਂ ਲੱਗਦਾ ਸਾਡਾ ਭੇਤ ਲੈਣ ਵਾਸਤੇ ਹੀ ਸਾਡੇ 'ਚ ਭੋਲਾ ਜਿਹਾ ਬਣਿਆ ਫਿਰਦਾ, ਪਰ ਹੈ ਇਹ ਕੰਮ ਜਸੂਸੀ ਦਾ ਕਰਦਾ। ਜੇ ਇਹ ਸਾਡਾ ਹੁੰਦਾ ਤਾਂ ਸਾਨੂੰ ਹੀ ਪਾਣੀ ਪਿਲਾਉਂਦਾ, ਦੁਸ਼ਮਣ ਨੂੰ ਕਿਉਂ ਪਿਲਾਉਂਦਾ? ਹਰ ਸੱਜਣ ਪ੍ਰਗਟੇ ਆਏ। ਮਹਾਰਾਜ ਕਹਿੰਦੇ ਕਨ੍ਹਈਏ ਨੂੰ ਬੁਲਾਓ, ਪੁੱਛਦੇ ਆਪਾਂ। ਮਹਾਰਾਜ ਕਹਿੰਦੇ ਕਨ੍ਹਈਆ ਤੇਰੀ ਇਹ ਸ਼ਿਕਾਇਤ ਆਈ ਆ। ਸ਼ਿਕਾਇਤ ਕਰਨ ਵਾਲੇ ਕਹਿ ਰਹੇ ਨੇ, ਕਹਿੰਦੇ ਬੈਠੇ ਸਨ ਸ਼੍ਰੀ ਗੁਰੂ ਜੀ, ਇੱਕ ਦਿਨ ਸਭਾ ਲਗਾਈ, ਕਹਿਰ ਹੋ ਗਿਆ, ਗਜ਼ਬ ਹੋ ਗਿਆ, ਆ ਕੇ ਸਿੱਖਾਂ ਇਉਂ ਸੁਣਾਈ, ਅਸੀਂ ਮਾਰੀਏ ਅਸੀਂ ਕੱਟੀਏ, ਪਿਰਤ ਨਵੀਂ ਉਹ ਪਾਈ ਜਾਂਦਾ, ਮੁਰਦਿਆਂ ਤਾਈਂ ਪਿਲਾ ਕੇ ਪਾਣੀ, ਮੋਇਆਂ ਤਾਈਂ ਜਵਾਈ ਜਾਂਦਾ। ਇਹ ਸ਼ਿਕਾਇਤ ਕੀਤੀ ਆ ਸ਼ਿਕਾਇਤ ਕਰਨ ਵਾਲਿਆਂ ਨੇ ਕਿ ਪਾਤਸ਼ਾਹ ਉਹ ਮੋਇਆਂ ਨੂੰ ਪਾਣੀ ਪਿਲਾਉਂਦਾ ਤੇ ਉਹ ਫਿਰ ਉੱਠ ਕੇ ਸਾਡੇ ਨਾਲ ਲੜਨ ਲੱਗ ਪੈਂਦੇ ਆ। ਮਹਾਰਾਜ ਕਹਿੰਦੇ ਭਾਈ ਕਨ੍ਹਈਆ ਸ਼ਿਕਾਇਤ ਕਰ ਰਿਹਾ ਕਿ ਤੂੰ ਦੁਸ਼ਮਣਾਂ ਨੂੰ ਪਾਣੀ ਪਿਲਾ ਰਿਹਾ, ਤੂੰ ਬਗਾਨਿਆਂ ਨੂੰ ਪਾਣੀ ਪਿਲਾ ਰਿਹਾ, ਤੂੰ ਦੂਸਰਿਆਂ ਨੂੰ ਪਰਾਇਆਂ ਨੂੰ ਪਾਣੀ ਪਿਲਾ ਰਿਹਾ, ਤੇਰੀ ਡਿਊਟੀ ਤਾਂ ਆਪਣਿਆਂ ਨੂੰ ਪਾਣੀ ਪਿਲਾਉਣ ਵਾਸਤੇ ਆ। ਭਾਈ ਕਨ੍ਹਈਆ ਜੀ ਕਹਿੰਦਾ ਪਾਤਸ਼ਾਹ ਤੁਸੀਂ ਸਵੇਰ ਤੋਂ ਹੀ ਪਾਣੀ ਮੰਗੀ ਜਾਂਦੇ, ਹੁਣ ਮੈਂ ਕੀ ਕਰਾਂ? ਮੈਂ ਥੋੜਾ ਜਿਹਾ ਪਾਸੇ ਜਾਣਾ, ਤੁਸੀਂ ਆਵਾਜ਼ ਮਾਰ ਕੇ ਕਹਿ ਦਿੰਦੇ ਹੋ ਕਨ੍ਹਈਆ ਪਾਣੀ ਲੈ ਕੇ ਆ। ਮੈਂ ਛੰਨਾ ਭਰ ਕੇ ਲਿਆਉਣਾ, ਮੈਂ ਫਿਰ ਜਾਣਾ, ਫਿਰ ਤੁਸੀਂ ਆਵਾਜ਼ ਮਾਰ ਦਿੰਦੇ ਹੋ ਕਨ੍ਹਈਆ ਪਾਣੀ ਪਿਲਾ। ਮੈਂ ਫਿਰ ਛੰਨਾ ਭਰ ਕੇ ਲਿਆਉਣਾ, ਤੁਹਾਨੂੰ ਛਕਾਉਣਾ, ਫਿਰ ਜਾਣਾ, ਫਿਰ ਤੁਹਾਡੀ ਆਵਾਜ਼ ਆ ਜਾਂਦੀ ਆ ਭਾਈ ਕਨ੍ਹਈਆ ਜਲਦੀ ਪਾਣੀ ਲਿਆ, ਪਿਆਸ ਬਹੁਤ ਲੱਗੀ ਆ। ਤੁਸੀਂ ਹੁਣ ਸਵੇਰ ਤੋਂ ਸ਼ਾਮ ਤੱਕ ਮੰਗੀ ਜਾਂਦੇ ਹੋ, ਇਸੇ ਲਈ ਮੈਂ ਹੁਣ ਮਸ਼ਕ ਪਾਣੀ ਦੀ ਮੋਢੇ 'ਚ ਪਾ ਲਈ ਹੈ। ਜਦੋਂ ਵੀ ਤੁਸੀਂ ਮੰਗੋ ਪਾਣੀ ਮੇਰੇ ਕੋਲ ਤਿਆਰ ਹੋਏਗਾ, ਮੈਂ ਤੁਹਾਨੂੰ ਜਦ ਹੀ ਪਿਲਾ ਦਿਆਂਗਾ। ਮਹਾਰਾਜ ਕਹਿੰਦੇ ਮੈਂ ਤਾਂ ਮੰਗਿਆ ਨਹੀਂ। ਕਨ੍ਹਈਆ ਕਹਿੰਦਾ ਪਾਤਸ਼ਾਹ ਤੁਸੀਂ ਸਵੇਰ ਤੋਂ ਮੰਗ ਰਹੇ ਹੋ। ਭਾਈ ਕਨ੍ਹਈਆ ਸਾਹਿਬ ਨੇ ਫਿਰ ਜਵਾਬ ਜਿਹੜਾ ਦਿੱਤਾ, ਉੱਥੇ ਕੋਲ ਸਿੱਖ ਵੀ ਖੜਿਆ। ਮਹਾਰਾਜ ਉਹਨਾਂ ਨੂੰ ਦੱਸ ਰਹੇ ਸਨ ਕਿ ਇਹਦੇ ਅੰਦਰ ਸੱਜਣ ਪੁਰਖ ਪ੍ਰਗਟ ਹੋ ਗਿਆ, ਇਹਦੀ ਦ੍ਰਿਸ਼ਟੀ ਕੀ ਬਣ ਚੁੱਕੀ ਆ। ਤੇ ਭਾਈ ਕਨ੍ਹਈਆ ਕਹਿੰਦਾ ਮਹਾਰਾਜ ਮੈਂ ਤਾਂ ਉਹ ਕਾਰ ਹੈ ਕੀਤੀ, ਮੈਂ ਉਹੀ ਕੰਮ ਕੀਤਾ ਜੋ ਸਤਿਗੁਰ ਜੀ ਤੁਸਾਂ ਹੈ ਫਰਮਾਈ। ਜਿਹੜਾ ਮੈਨੂੰ ਕੰਮ ਤੁਸੀਂ ਫਰਮਾਇਆ, ਜਿਹੜੀ ਕਿਰਤ ਕਾਰ ਦੱਸੀ ਆ, ਮੈਂ ਉਹੀ ਸੇਵਾ ਕਰ ਰਿਹਾ, ਮਰਜ਼ੀ ਨਾਲ ਕੁਛ ਨਹੀਂ ਕੀਤਾ। ਵੈਰ ਵਿਰੋਧ ਇਹ ਸਭੋਂ ਮਿਟ ਗਿਆ, ਜਦ ਵੀ ਤੁਹਾਡੀ ਇਹ ਸੰਗਤ ਪਾਈ। ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਗ, ਹਮ ਕੋ ਬਣਾਈ ਜਿਨ੍ਹਾਂ ਕੀਤੀ ਹੈ ਸ਼ਿਕਾਇਤ ਮੇਰੀ। ਉਹ ਕੀ ਜਾਣਨ ਪਿਆਰ ਦਾ ਦੁਖੜਾ, ਮੈਂ ਜਿਸ ਮੁਖ ਵਿੱਚ ਪਾਣੀ ਪਾਵਾਂ ਮੈਨੂੰ ਦਿਸਦਾ ਤੇਰਾ ਮੁਖੜਾ। ਪਾਤਸ਼ਾਹ ਜਿਹੜੇ ਮੁਖ ਵਿੱਚ ਵੀ ਮੈਂ ਪਾਣੀ ਪਾਉਣਾ, ਮੈਨੂੰ ਤਾਂ ਤੇਰਾ ਹੀ ਰੂਪ ਨਜ਼ਰ ਆ ਰਿਹਾ, ਕੋਈ ਬਗਾਨਾ ਦਿਸ ਹੀ ਨਹੀਂ ਰਿਹਾ। ਪਾਤਸ਼ਾਹ ਉੱਠੇ ਤਖਤ ਤੋਂ, ਭਾਈ ਕਨ੍ਹਈਏ ਨੂੰ ਸੀਨੇ ਨਾਲ ਲਾ ਕੇ ਨਾਲ ਮੱਲਮ ਤੇ ਇੱਕ ਪੱਟੀ ਵੀ ਦੇ ਦਿੱਤੀ। ਭਾਈ ਕਨ੍ਹਈਆ ਜਿੱਥੇ ਹੁਣ ਤੂੰ ਇਹਨਾਂ ਫੱਟੜ ਲੋਕਾਂ ਨੂੰ ਪਾਣੀ ਪਿਲਾ ਰਿਹਾ, ਆ ਮੱਲਮ ਪੱਟੀ ਵੀ ਲੈ ਜਾ, ਹੁਣ ਜ਼ਖਮਾਂ ਤੇ ਮੱਲਮ ਪੱਟੀ ਵੀ ਕਰ। ਰੈੱਡ ਕਰਾਸ ਦਾ ਬਾਨੀ ਜੇ ਅੱਜ ਅਸੀਂ ਕਹੀਏ ਤਾਂ ਭਾਈ ਸਾਹਿਬ ਭਾਈ ਕਨ੍ਹਈਆ ਜੀ ਨੇ ਇਹ ਪਿਰਤ ਪਾਈ, ਚਲੋ ਅਸੀਂ ਨਹੀਂ ਸਾਂਭ ਸਕੇ, ਜਿਹਦੀ ਨਕਲ ਕਰਕੇ ਅੱਜ ਲੋਕਾਂ ਨੇ ਉਹ ਸੰਸਥਾਵਾਂ ਤੋੜ ਲਈਆਂ, ਪਰ ਭਾਈ ਕਨ੍ਹਈਏ ਦੇ ਅੰਦਰ ਉਹ ਸੱਜਣ ਪੁਰਖ ਪ੍ਰਗਟ ਹੋਇਆ। ਇਉਂ ਲੱਗਦਾ ਭਾਈ ਕਨ੍ਹਈਆ ਦਾ ਫੱਗਣ ਦੇ ਮਹੀਨੇ ਵਿੱਚ ਜਿਉਂ ਰਿਹਾ, ਕਿਉਂਕਿ ਉਹਦੀ ਜ਼ਿੰਦਗੀ ਵਿੱਚ ਗੁਣਾਂ ਵਾਲਾ ਫਲ ਲੱਗ ਚੁੱਕਿਆ।
ਹਰ ਸੱਜਣ ਪੁਰਖ ਪ੍ਰਗਟ ਹੋ ਚੁੱਕਿਆ। ਸਤਿਗੁਰੂ ਕਿਰਪਾ ਕਰਨ ਉਹ ਸੱਜਣ ਪੁਰਖ ਸਾਰਿਆਂ ਦੀ ਜ਼ਿੰਦਗੀ ਵਿੱਚ ਪ੍ਰਗਟ ਹੋਵੇ। ਫਲ ਗੁਣ ਆਨੰਦ ਉਪਾਰਜਣਾ ਹਰ ਸੱਜਣ ਪ੍ਰਗਟੇ ਆਏ। ਫੱਗਣ ਦਾ ਮਹੀਨਾ ਆਇਆ, ਆਨੰਦ ਵਾਪਰਿਆ। ਪਰਮਾਤਮਾ ਅੰਦਰ ਬੈਠਾ ਹੀ ਪਰਮਾਤਮਾ ਅੰਦਰੋਂ ਪ੍ਰਗਟ ਹੋ ਗਿਆ ਹੈ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਸੰਤ ਗੁਰੂ ਜਿਹੜਾ ਸਾਡਾ ਜੀਵ ਆਤਮਾ ਦਾ ਸਹਾਈ ਹੈ। ਨਾਨਕ ਕਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆ। ਓਏ ਜੀ ਬੰਦੇ ਵਿਛੜੇ ਓਏ ਮੋਇਆ ਨਾ ਜਾਈ ਛੋੜ। ਜਿਹੜਾ ਗੁਰੂ ਸਾਡਾ ਲੋਕ ਪਰਲੋਕ ਦਾ ਰੱਖਿਅਕ ਹੈ, ਉਸ ਗੁਰੂ ਨੇ ਕਿਰਪਾ ਕੀਤੀ, ਸਾਨੂੰ ਪਰਮਾਤਮਾ ਨਾਲ ਮਿਲਾ ਦਿੱਤਾ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਫੱਗਣ ਦਾ ਮਹੀਨਾ ਚੜਿਆ ਸੀ, ਚੇਤ ਤੋਂ ਸ਼ੁਰੂ ਹੋਏ ਸੀ। ਬੜੀਆਂ ਗਰਮੀਆਂ ਸਰਦੀਆਂ ਵਿੱਚੋਂ ਲੰਘ ਕੇ ਆਏ, ਬੜੇ ਦੁੱਖ ਝੱਲ ਕੇ ਅਸੀਂ ਆਏ। ਅੱਜ ਗੁਰੂ ਨੇ ਕਿਰਪਾ ਕਰਕੇ ਉਸ ਪਰਿਪੂਰਨ ਪਰਮਾਤਮਾ ਜਿਹੜਾ ਅੰਦਰ ਬੈਠਾ, ਅੰਦਰ ਬੈਠੇ ਨਾਲ ਸਾਡਾ ਮਿਲਾਪ ਕਰਾ ਦਿੱਤਾ ਹੈ। ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ। ਹੁਣ ਹਿਰਦੇ ਰੂਪੀ ਸੇਜ ਤੇ ਪਰਮਾਤਮਾ ਵਸ ਗਿਆ। ਇੰਨਾ ਕੁ ਸੁੱਖ ਜ਼ਿੰਦਗੀ ਵਿੱਚ ਆ ਗਿਆ ਹੈ, ਇੰਨਾ ਕੁ ਆਨੰਦ ਅੰਦਰ ਵਾਪਰ ਗਿਆ ਹੈ। ਸੇਜ ਸੁਹਾਵੀ ਸਰਬ ਸੁਖ। ਪਰਮਾਤਮਾ ਜਦੋਂ ਹਿਰਦੇ ਦੀ ਸੇਜ ਤੇ ਆਉਂਦਾ ਹੈ, ਇੰਨਾ ਕੁ ਸੁੱਖ। ਸੁੱਖ ਕਾਹਦਾ? ਸਰਬ ਸੁੱਖ। ਇੱਕ ਦੋ ਸੁੱਖਾਂ ਦੀ ਗੱਲ ਨਹੀਂ ਹੈ, ਸਾਰੇ ਤਰ੍ਹਾਂ ਦੇ ਸੁੱਖ ਜ਼ਿੰਦਗੀ ਵਿੱਚ ਆ ਗਏ। ਹੁਣ ਦੁੱਖਾਂ ਨਾਹੀ ਜਾਏ। ਹੁਣ ਦੁੱਖ ਕੋਈ ਜ਼ਿੰਦਗੀ ਵਿੱਚ ਉਹਨਾਂ ਨੂੰ ਜਗ੍ਹਾ ਨਹੀਂ ਬਚੀ। ਕੋਈ ਵੀ ਜ਼ਿੰਦਗੀ ਵਿੱਚ ਹੁਣ ਦੁੱਖ ਨਹੀਂ ਬਚਿਆ। ਸਾਰੀ ਜ਼ਿੰਦਗੀ ਸੁੱਖਾਂ ਦੇ ਵਿੱਚ ਤਬਦੀਲ ਹੋ ਚੁੱਕੀ ਹੈ। ਇਛ ਪੁਨੀ ਵਡ ਭਾਗਣੀ ਵਰ ਪਾਇਆ ਹਰ ਰਾਏ। ਇੱਛ ਪੁੰਨੀ ਵਡਭਾਗਣੀ, ਜਿਹੜਾ ਇਹ ਪਰਮਾਤਮਾ ਸਾਰਿਆਂ ਦੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ ਹੈ। ਅੱਜ ਮੈਂ ਵੱਡੇ ਭਾਗਾਂ ਵਾਲੀ ਉਹ ਜੀਵ ਰੂਪ ਇਸਤਰੀ ਕਹਿ ਰਹੀ ਆ ਹੋਈ ਕਿ ਮੇਰੀ ਇੱਛਾ ਪੂਰੀ ਹੋ ਗਈ ਹੈ। ਵਰ ਪਾਇਆ ਹਰ ਰਾਏ, ਕਿਉਂਕਿ ਮੈਂ ਉਹ ਪਰਮਾਤਮਾ ਨੂੰ ਵਰ ਲਿਆ ਹੈ। 3 ਵਿਆਹ ਨੇ ਸਾਡੇ ਜ਼ਿੰਦਗੀ 'ਚ। ਪਹਿਲਾ ਵਿਆਹ ਹੁੰਦਾ ਜਿਹਨੂੰ ਮਹਾਰਾਜ ਨੇ ਕਿਹਾ ਵਿਆਹ ਹੋਆ ਮੇਰੇ ਬਾਬੁਲਾ, ਬੱਚੇ ਬੱਚੀ ਦਾ, ਲੜਕੇ ਲੜਕੀ ਦਾ। ਦੂਸਰਾ ਵਿਆਹ ਜਿੰਦ ਤੇ ਮੌਤ ਦਾ। ਇਹ ਸਾਰਿਆਂ ਦਾ ਹੀ ਹੁੰਦਾ, ਤਾਂ ਕੋਈ ਨਹੀਂ ਬਚਦਾ। ਜਿਹਨੂੰ ਬਾਬਾ ਫਰੀਦ ਸਾਹਿਬ ਕਹਿ ਰਿਹਾ ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪ੍ਰਣਾਏ। ਤੀਸਰਾ ਵਿਆਹ ਬੜਾ ਅਦਭੁਤ ਵਿਆਹ ਹੈ। ਇਹ ਕਿਸੇ ਕਿਸੇ ਦਾ ਹੁੰਦਾ, ਇਹ ਸਾਰਿਆਂ ਦਾ ਨਹੀਂ। ਕਬੀਰ ਸਾਹਿਬ ਕਹਿੰਦੇ ਮੇਰਾ ਹੋਇਆ। ਇਹ ਵਿਆਹ ਹੈ ਆਤਮਾ ਤੇ ਪਰਮਾਤਮਾ ਦਾ। ਇਹਦੇ ਵਿੱਚ ਜੀਵ ਆਤਮਾ ਲਾੜੀ ਬਣਦੀ ਹੈ, ਪਰਮਾਤਮਾ ਲਾੜਾ ਬਣ ਕੇ ਆਉਂਦਾ। ਤੇ ਆਪਣਾ ਭਗਤ ਕਬੀਰ ਸਾਹਿਬ ਕਹਿ ਰਿਹਾ ਕਹੋ ਕਬੀਰ ਮੋਹੇ ਵਿਆਹੇ ਚੱਲੇ ਹੈ। ਪੁਰਖ ਏਕ ਭਗਵਾਨਾ, ਪਰਮਾਤਮਾ ਆਇਆ ਮੇਰੀ ਆਤਮਾ ਨੂੰ ਵਿਆਹ ਕੇ ਆਪਣੇ ਘਰ ਵਿੱਚ ਲੈ ਗਿਆ। ਤੇ ਜਿਨ੍ਹਾਂ ਨੂੰ ਪਰਮਾਤਮਾ ਨੇ ਵਰ ਲਿਆ ਹੈ ਉਹ ਵੱਡੇ ਭਾਗਾਂ ਵਾਲੇ ਹੋ ਗਏ ਨੇ। ਉਹ ਜੀਵ ਰੂਪ ਇਸਤਰੀਆਂ ਧੰਨ ਤਾਂ ਯੋਗ ਵਡਭਾਗੀ ਹੋ ਚੁੱਕੀਆਂ ਨੇ, ਜਿਨ੍ਹਾਂ ਨੇ ਵਰ ਪਾਇਆ ਹਰ ਰਾਏ। ਪਰਮਾਤਮਾ ਨੂੰ ਵਰ ਲਿਆ, ਪਰਮਾਤਮਾ ਨੂੰ ਵਰ ਬਣਾ ਲਿਆ ਤੇ ਪਰਮਾਤਮਾ ਨੇ ਉਹਨਾਂ ਨੂੰ ਵਰ ਲਿਆ ਹੈ ਜੀ। ਮਿਲ ਸਈਆ ਮੰਗਲ ਗਾਵਹੀ ਗੀਤ ਗੋਬਿੰਦ ਆਲਾਏ। ਵਿਆਹ ਦੇ ਵਿੱਚ ਫਿਰ ਸੁਹੇਲੇ ਗਾਏ ਜਾਂਦੇ ਆ, ਗੀਤ ਗਾਏ ਜਾਂਦੇ ਆ। ਤੇ ਜਦੋਂ ਕਿਸੇ ਦਾ ਪਰਮਾਤਮਾ ਨਾਲ ਮਿਲਾਪ ਹੁੰਦਾ, ਫਿਰ ਸੰਗਤ ਰੂਪੀ ਸਖੀਆਂ, ਗੁਰਸਿੱਖ ਸੰਗਤ ਰੂਪੀ ਸਖੀਆਂ ਇਕੱਠੀਆਂ ਹੋ ਕੇ ਪਰਮਾਤਮਾ ਦੇ ਗੁਣਾਂ ਰੂਪੀ ਗੀਤ ਨੂੰ ਗਾਉਂਦੀਆਂ ਨੇ। ਉਹ ਕਹਿੰਦੀਆਂ ਮੇਰਾ ਪਰਮਾਤਮਾ ਨਾਲ ਮਿਲਾਪ ਹੋਇਆ। ਰਲ ਮਿਲ ਕੇ ਸਾਰੇ ਪਰਮਾਤਮਾ ਦੇ ਸ਼ੁਕਰਾਨੇ ਵਿੱਚ ਉਹਦੀ ਸਿਫਤ ਦੇ ਗੀਤ ਗਾਓ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਸਭ ਸੈਨੋਂ ਕਿਰਪਾਲ ਸੰਭਾਲੇ ਸਾਹੇ ਸਾਹੇ। ਤੇ ਉਹ ਕਹਿ ਰਿਹਾ ਸਾਰੇ ਹੀ ਅੱਜ ਖੁਸ਼ੀ ਵਿੱਚ ਆਪਣੇ ਮੁਖ ਤੋਂ ਪਰਮਾਤਮਾ ਦੇ ਗੀਤ ਗਾ ਰਹੇ ਹਨ। ਮਰ ਜਿਹਾ ਅਵਰਨਾ ਦੀ ਸਈ ਕੋਈ ਦੂਜਾ ਲਵੈ ਨਾ ਲਾ। ਇਸ ਕਰਕੇ ਉਹਦੇ ਗੁਣਾਂ ਨੂੰ ਗਾਇਆ ਜਾ ਰਿਹਾ, ਕਿਉਂਕਿ ਉਸ ਪਰਮਾਤਮਾ ਵਰਗਾ ਦੂਜਾ ਕੋਈ ਨਜ਼ਰ ਹੀ ਨਹੀਂ ਆ ਰਿਹਾ। ਪਰਮਾਤਮਾ ਦੇ ਨੇੜੇ ਤੇੜੇ ਕੋਈ ਨਹੀਂ ਹੈ। ਕਿਸੇ ਨਾਲ ਤੁਸੀਂ ਕਿਸੇ ਦੀ ਪਰਮਾਤਮਾ ਨਾਲ ਤਸ਼ਬੀਹ ਦੇ ਹੀ ਨਹੀਂ ਸਕਦੇ। ਕਿਹਦੇ ਵਰਗਾ ਕਹੋਗੇ ਕਿ ਰੱਬ ਉਹਦੇ ਵਰਗਾ ਹੈ? ਰੱਬ ਦੀ ਤਸ਼ਬੀਹ ਕਿਹਦੇ ਨਾਲ ਦਿਓਗੇ ਕਿ ਪਰਮਾਤਮਾ ਤੋਂ ਉਹਦੇ ਵਰਗਾ? ਉਹਦੀ ਤਸ਼ਬੀਹ ਦਿੱਤੀ ਨਹੀਂ ਜਾ ਸਕਦੀ, ਕਿਉਂਕਿ ਇੱਕ ਹੈ, ਉਹ ਨਿਰਭਉ ਹੈ, ਨਿਰਵੈਰ ਹੈ। ਨਿਰਭਉ ਨਿਰਵੈਰ ਵੀ ਇਸ ਕਰਕੇ ਨਾ ਉਹਦੇ ਨਾਲੋਂ ਵੱਡਾ ਕੋਈ ਤੇ ਨਾ ਉਹਦੇ ਵਰਗਾ ਹੈ ਕੋਈ। ਕੋਈ ਦੂਜਾ ਲਵੇ ਨਾ ਲਾਏ, ਉਹਦੇ ਵਰਗਾ ਕੋਈ ਨਹੀਂ ਹੈ। ਇਸੇ ਕਰਕੇ ਮੈਂ ਉਹਦੇ ਗੁਣ ਗਾ ਰਿਹਾ, ਕਿਉਂਕਿ ਉਸ ਪਰਮਾਤਮਾ ਵਰਗਾ ਮੈਨੂੰ ਕੋਈ ਦੁਨੀਆ ਤੇ ਹੋਰ ਨਜ਼ਰ ਨਹੀਂ ਆ ਰਿਹਾ ਜੀ। ਹਲਤ ਪਲਤ ਸਵਾਰਿਓ ਨਾ ਨਹੀਂ ਚਲ ਦਿੱਤੀਆਂ ਨਾ ਜਾਏ। ਉਸ ਅਕਾਲ ਪੁਰਖ ਨੇ ਮੇਰਾ ਲੋਕ ਵੀ ਸਵਾਰ ਦਿੱਤਾ, ਮੇਰਾ ਪਰਲੋਕ ਵੀ ਸਵਾਰ ਦਿੱਤਾ। ਔਰ ਮੈਨੂੰ ਨਿਹਚਲ ਜਿਹੜੀ ਅਡੋਲ ਅਵਸਥਾ ਹੈ ਨਾ, ਜਿਹੜੀ ਪਲ ਪਲ ਡੋਲਦੀ ਨਹੀਂ ਹੈ। ਕਬੂ ਜਿਹੜਾ ਉਬ ਚੜਦਾ, ਕਬੂ ਜਾਏ ਪਿਆਲੇ। ਜਿਹੜਾ ਮਨ ਕਈ ਵਾਰ ਡਰ ਜਾਂਦਾ ਹੈ, ਕਈ ਵਾਰ ਘਬਰਾ ਜਾਂਦਾ ਹੈ, ਕਈ ਵਾਰ ਸ਼ੇਰ ਬਣ ਜਾਂਦਾ ਹੈ, ਇਦਾਂ ਦੀ ਅਵਸਥਾ ਵਾਲਾ ਕਦੇ ਵੀ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ। ਲੇਕਿਨ ਪਰਮਾਤਮਾ ਨੇ
ਉਹ ਕਹਿ ਰਿਹਾ ਕਿ ਸਾਨੂੰ ਉਹ ਨਿਹਚਲ ਅਵਸਥਾ ਦੇ ਦਿੱਤੀ ਹੈ ਜਿੱਥੇ ਅਡੋਲਤਾ ਵਾਲੀ ਅਵਸਥਾ ਹੈ, ਸਥਿਰਤਾ ਵਾਲੀ ਅਵਸਥਾ ਹੈ। ਪਰਮਾਤਮਾ ਵੀ ਨਹੀਂ ਡੋਲਦਾ ਤੇ ਹੁਣ ਮੈਨੂੰ ਵੀ ਅਡੋਲਤਾ ਵਾਲੀ ਅਵਸਥਾ ਮਿਲ ਗਈ ਹੈ। ਸੰਸਾਰ ਸਾਗਰ ਤੇ ਰੱਖਿਆ ਨਾ, ਬਹੁੜ ਨਾ ਜਨਮੈ ਧਾਇ। ਜਿਹੜਾ ਅੱਗ ਦਾ ਭਵ ਸਾਗਰ ਹੈ, ਵਿਕਾਰਾਂ ਦਾ ਭਵ ਸਾਗਰ ਹੈ, ਭਾਵਨਾਵਾਂ ਦਾ ਭਵ ਜਲ ਹੈ, ਜਿਹੜਾ ਇਹਦੇ ਵਿੱਚ ਡੁੱਬਣ ਤੋਂ ਮੈਨੂੰ ਉਸ ਪਰਮਾਤਮਾ ਨੇ ਬਚਾ ਲਿਆ। ਮੈਂ ਹੁਣ ਡੁੱਬਿਆ ਨਹੀਂ ਤੇ ਮੇਰੀ ਜ਼ਿੰਦਗੀ ਦੇ ਵਿੱਚੋਂ ਕਹਿਣ ਲੱਗੇ ਬਹੁੜ ਨਾ ਜਨਮੈ ਧਾਏ, ਹੁਣ ਆਵਾਗੁਣ ਵੀ ਖਤਮ ਹੋ ਗਿਆ, ਹੁਣ ਵਾਰ-ਵਾਰ ਜਨਮ ਤੇ ਮਰਨ ਦੀ ਖੇਡ ਵੀ ਖਤਮ ਹੋ ਗਈ ਆ, ਕਿਉਂਕਿ ਸੰਬੰਧ ਹੀ ਪਰਮਾਤਮਾ ਨਾਲ ਜੁੜ ਗਿਆ। ਪਰਮਾਤਮਾ ਨੇ ਆਪਣੇ ਘਰ ਵਿੱਚ ਥਾਂ ਦੇ ਦਿੱਤੀ, ਉਸ ਘਰ ਵਿੱਚ ਥਾਂ ਜਿੱਥੇ ਮਿਰਤ ਨਾ ਜਨਮ ਜਰਾ, ਜਿੱਥੇ ਨਾ ਜਨਮ ਦੀ ਗੱਲ ਹੈ ਨਾ ਮੌਤ ਦੀ ਗੱਲ ਹੈ। ਪਰਮਾਤਮਾ ਨੇ ਇਸ ਭਵ ਸਾਗਰ, ਭਾਵਨਾਵਾਂ ਦੇ ਸਾਗਰ 'ਚ ਡੁੱਬਣੋਂ ਵੀ ਬਚਾ ਲਿਆ ਤੇ ਮੈਨੂੰ ਆਵਾਗੁਣ ਤੋਂ ਵੀ ਬਚਾ ਲਿਆ ਹੈ। ਜੀਵਾ ਏਕ ਅਨੇਕ ਗੁਣ, ਤੇਰੇ ਨਾਨਕ ਚਰਣੀ ਪਾਇ। ਪਾਤਸ਼ਾਹ ਮੇਰੀ ਇੱਕ ਰਸਨਾ ਹੈ, ਇੱਕ ਜੀਵ ਹੈ, ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਬਿਆਨ ਕਰਾਂ, ਪਰ ਜਿੱਥੋਂ ਤੱਕ ਮੈਨੂੰ ਸਮਝ ਲੱਗੀ ਆ ਤੇਰੇ ਗੁਣਾਂ ਨੂੰ ਗਾ ਗਾ ਕੇ ਅਣਗਿਣਤ ਲੋਕ ਤਰ ਗਏ ਨੇ, ਭਵ ਸਾਗਰ ਤੋਂ ਪਾਰ ਹੋ ਗਏ ਨੇ, ਨਾਨਕ ਚਰਣੀ ਪਾਏ। ਇਸੇ ਕਰਕੇ ਤਾਂ ਮਹਾਰਾਜ ਕਹਿੰਦੇ ਮੈਂ ਪ੍ਰਮਾਤਮਾ ਤੇਰੇ ਚਰਨਾਂ ਵਿੱਚ ਪਿਆ ਹੋਇਆ, ਕਿਉਂਕਿ ਤੇਰੇ ਗੁਣਾਂ ਨੂੰ ਗਾਉਣ ਵਾਲੇ ਇੱਥੋਂ ਤਰ ਜਾਂਦੇ ਹਨ। ਫਲ ਗੁਣ ਨਿਤ ਸਲਾਹੀਐ, ਜਿਸਨੂੰ ਤਿਲ ਨਾ ਤਮਾਏ। ਫੱਗਣ ਦੇ ਮਹੀਨੇ ਦੇ ਵਿੱਚ ਉਹ ਸਲਾਹੁਣ ਯੋਗ ਨੇ, ਜਿਨ੍ਹਾਂ ਦੇ ਸਤਿਗੁਰੂ ਪਾਤਸ਼ਾਹ ਕਹਿੰਦੇ ਕਿਸੇ ਤਰ੍ਹਾਂ ਦੀ ਕੋਈ ਤਿਲ ਮਾਤਰ ਵੀ ਮਨ ਵਿੱਚ ਤਮਾ ਨਹੀਂ ਰਹਿ ਗਈ। ਹੁਣ ਸਤਿਗੁਰੂ ਪਾਤਸ਼ਾਹ ਨੇ ਐਡੀ ਰਹਿਮਤ ਵਰਤਾਈ, ਆਪਣਾ ਨਾਮ ਬਖਸ਼ ਦਿੱਤਾ ਹੈ, ਆਪਣੀ ਰਹਿਮਤ ਵਰਸਾ ਦਿੱਤੀ ਹੈ, ਆਪਣੇ ਗੁਣ ਅੰਦਰ ਟਿਕਾ ਦਿੱਤੇ ਨੇ, ਅੰਦਰੋਂ ਉਹ ਪਰਮਾਤਮਾ ਪ੍ਰਗਟ ਹੋ ਗਿਆ, ਅੰਦਰ ਜ਼ਿੰਦਗੀ ਵਿੱਚ ਆਨੰਦ ਵਰਤਿਆ, ਕਿਸੇ ਗੱਲ ਦੀ ਕੋਈ ਤਮਾ ਨਹੀਂ ਰਹੀ। ਹੁਣ ਅੱਜ 12ਵਾਂ ਮਹੀਨਾ ਫੱਗਣ ਦਾ ਜਿਹੜਾ ਚੜਿਆ, ਜਿਨ੍ਹਾਂ ਨੇ ਚੇਤ ਤੋਂ ਜੀਵਨ ਸ਼ੁਰੂ ਕੀਤਾ, ਗੁਣਾ ਸਹਿਤ ਫਲ ਉਹਨਾਂ ਦੀ ਜ਼ਿੰਦਗੀ ਵਿੱਚ ਪ੍ਰਗਟ ਹੋ ਚੁੱਕਿਆ। ਗੁਣ ਸਹਿਤ ਫਲ ਕੀ ਸੀ? ਆਨੰਦ। ਗੁਣ ਸਹਿਤ ਫਲ ਕੀ ਸੀ? ਪਰਮਾਤਮਾ ਅੰਦਰ ਪ੍ਰਗਟ ਹੋ ਗਿਆ। ਕਈ ਸਵਾਲ ਇਹ ਕਰਦੇ ਆ ਜੀ ਮਨ ਨਹੀਂ ਟਿਕਦਾ, ਉਹਨਾਂ ਨੂੰ ਕੌਣ ਦੱਸੇ ਹੁਣ ਵੀ ਮਨ ਟਿਕਣਾ ਦਾ ਫਲ ਹੈ, ਮਨ ਦਾ ਟਿਕ ਜਾਣਾ ਦਾ ਸਿਖਰ ਹੈ, ਮਨ ਦਾ ਟਿਕ ਜਾਣਾ ਤਾਂ ਅਖੀਰ ਹੈ, ਮਨ ਦਾ ਟਿਕ ਜਾਣਾ ਹੀ ਤਾਂ ਪਰਮਾਤਮਾ ਹੈ। ਜੇ ਅਸੀਂ ਪਹਿਲੇ ਦਿਨ ਹੀ ਕਹੀਏ ਮਨ ਨਹੀਂ ਟਿਕਦਾ, ਤੇ ਇਸ ਗੱਲ ਨੂੰ ਲੈ ਕੇ ਅਸੀਂ ਸਿਮਰਨ ਹੀ ਛੱਡ ਦਈਏ, ਗੁਰੂ ਘਰ ਆਉਣਾ ਛੱਡ ਦਈਏ, ਸੇਵਾ ਛੱਡ ਦਈਏ, ਬਾਣੀ ਪੜ੍ਹਨੀ 'ਚ ਫਿਰ ਕਿਵੇਂ ਟਿਕੇਗਾ? ਇਸ ਕਰਕੇ ਬਾਣੀ ਪੜ੍ਹਨੀ ਨਹੀਂ ਛੱਡਣੀ ਕਿ ਮਨ ਨਹੀਂ ਟਿਕਦਾ, ਇਸ ਕਰਕੇ ਬਾਣੀ ਨੂੰ ਵਾਰ-ਵਾਰ ਪੜ੍ਹੋ ਕਿ ਮਨ ਟਿਕ ਜਾਏ। ਇਸ ਕਰਕੇ ਸਿਮਰਨ ਨਹੀਂ ਛੱਡਣਾ ਕਿ ਮਨ ਤਾਂ ਟਿਕ ਹੀ ਨਹੀਂ ਰਿਹਾ, ਇਸ ਕਰਕੇ ਸਿਮਰਨ ਨੂੰ ਵਾਰ-ਵਾਰ ਕਰਨਾ ਕਿ ਮਨ ਟਿਕ ਜਾਏ। ਮਨ ਟਿਕਣਾ ਫਲ ਹੁੰਦਾ ਹੈ, ਮਨ ਟਿਕਣਾ ਹੀ ਪ੍ਰਾਪਤੀ ਹੈ, ਮਨ ਟਿਕਣਾ ਹੀ ਸਿਖਰ ਹੈ। ਇਸ ਚਲੋ ਇੰਨਾ ਸਾਨੂੰ ਪਤਾ ਲੱਗ ਜਾਏ ਵੀ ਮਨ ਟਿਕ ਨਹੀਂ ਰਿਹਾ, ਜੇ ਇਹ ਬਿਮਾਰੀ ਪਤਾ ਲੱਗ ਗਈ ਇਹਦਾ ਹੱਲ ਵੀ ਹੋ ਜਾਏਗਾ। ਪਰ ਸਤਿਗੁਰੂ ਕਹਿੰਦੇ ਤੁਰਿਆ ਚੱਲ, ਫੱਗਣ ਦਾ ਮਹੀਨਾ ਆਏਗਾ, ਫੱਗਣ ਦੇ ਮਹੀਨੇ ਵਿੱਚ ਇਹ ਗੁਣਾ ਸਹਿਤ ਤੈਨੂੰ ਫਲ ਦੀ ਪ੍ਰਾਪਤੀ ਹੋ ਜਾਏਗੀ। 12 ਮਾਹ ਦੀ ਆਖਰੀ ਪੌੜੀ ਦੇ ਵਿੱਚ ਸਤਿਗੁਰੂ ਪਾਤਸ਼ਾਹ ਕਿਵੇਂ ਕਹਿ ਰਹੇ ਨੇ, ਪਿਆਰ ਨਾਲ ਸਰਵਣ ਕਰੋ ਜੀ। ਜਿਨ ਜਿਨ ਨਾਮ ਤੇ ਆਇਆ, ਤਿਨ ਕੇ ਕਾਜ ਸਾਰੇ। ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਜਿਨ੍ਹਾਂ ਨੇ ਨਾਮ ਤੇ ਆਇਆ, ਜਪਜੀ ਸਾਹਿਬ ਪੜ੍ਹਨਾ ਹੋਰ ਚੀਜ਼ ਹੈ, ਜਪਜੀ ਸਾਹਿਬ ਮੁਤਾਬਕ ਜਿਉਣਾ ਅਲੱਗ ਚੀਜ਼ ਹੈ। ਜਿਹੜੇ ਜਪਜੀ ਸਾਹਿਬ ਨੂੰ ਪੜ੍ਹ ਕੇ ਗਏ ਇੱਕ ਅਲੱਗ ਗੱਲ ਹੈ, ਜਿਹੜੇ ਜਪਜੀ ਸਾਹਿਬ ਮੁਤਾਬਕ ਜਿਉਂ ਕੇ ਗਏ ਉਹਨਾਂ ਲਈ ਮਾਰੇ ਕਹਿੰਦੇ ਆ ਜਿੰਨੀ ਨਾਮ ਤੇ ਆਇਆ। ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ। ਨਾਲ ਗੁਰੂ ਦੇ ਸ਼ਬਦਾਂ ਨੂੰ ਪੜ੍ਹਨਾ ਔਖਾ ਨਹੀਂ, ਰੱਬ ਗਵਾਉਣਾ ਔਖਾ ਨਹੀਂ, ਰੱਬ ਪਾਉਣਾ ਔਖਾ ਹੈ। ਰੱਬ ਗਵਾਉਣਾ ਔਖਾ, ਮਾਫ ਕਰਨਾ, ਰੱਬ ਪਾਉਣਾ ਔਖਾ ਨਹੀਂ। ਪਾਉਣ ਲਈ ਤਾਂ ਅੰਦਰ ਹੀ ਬੈਠਾ ਹੋ, ਯਾਦ ਕਰੋ ਪਾਇਆ ਜਾਏਗਾ। ਤੇ ਸਾਡੇ ਤੋਂ ਦੂਰ ਉਹ ਹੋ ਹੀ ਨਹੀਂ ਸਕਦਾ, ਜਿਹੜਾ ਬੈਠਾ ਅੰਦਰ ਉਹਨੂੰ ਅੰਦਰੋਂ ਬਾਹਰ ਕਿਵੇਂ ਕੱਢੋਗੇ? ਇਸ ਲਈ ਉਹਨੂੰ ਗਵਾਉਣਾ ਔਖਾ ਹੈ। ਬਸ ਸਾਡੀ ਹਾਲਤ ਇਹ ਹੈ ਮੱਛੀ ਵਰਗੀ, ਜਿਵੇਂ ਮੱਛੀ ਦਰਿਆ 'ਚ ਬੈਠੀ ਕਹਿੰਦੀ ਹੈ ਕਿ ਮੈਨੂੰ ਦਰਿਆ ਕਦੋਂ ਮਿਲੇ, ਪਾਣੀ ਕਿਵੇਂ ਮਿਲੇ। ਉਹਨੂੰ ਹੁਣ ਕੌਣ ਸਮਝਾਵੇ? ਤੂੰ ਪਹਿਲਾਂ ਹੀ ਪਾਣੀ 'ਚ ਹੈ, ਤੂੰ ਪਹਿਲਾਂ ਹੀ ਦਰਿਆ ਦੇ ਵਿੱਚ ਹੈ, ਪਹਿਲਾਂ ਹੀ ਇਸ ਪਾਣੀ 'ਚ। ਬਸ ਦੇਖਣ ਦੀ ਜੁਗਤੀ ਸਿੱਖ ਲੈ, ਤੈਨੂੰ ਇਹ ਪਾਣੀ ਦਾ ਆਨੰਦ, ਇਹ ਸਮੁੰਦਰ ਦਾ ਆਨੰਦ ਵੀ ਤੈਨੂੰ ਪ੍ਰਾਪਤ ਹੋ ਜਾਏਗਾ। ਪਰਮਾਤਮਾ ਅੰਦਰ ਹੈ, ਜੇ ਕਿਤੇ ਅੰਦਰੋਂ ਸਾਨੂੰ ਦੇਖਣਾ ਆ ਜਾਏ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਵੇਖ ਲਿਆ, ਜਿਨ੍ਹਾਂ ਨਾਮ ਜਪਿਆ, ਨਾਮ ਜਪਣ ਵਾਲਿਆਂ ਦੇ ਕੰਮ ਪਰਮਾਤਮਾ ਆਪ ਕਰਦਾ ਹੈ। ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਮਹਾਰਾਜ ਕਹਿੰਦੇ ਆ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਜਿਨ ਜਿਨ ਨਾਮ ਤੇ ਆਇਆ, ਤਿੰਨ ਕੇ ਕਾਜ ਸਰੇ। ਨਾਮ ਜਪਣ ਵਾਲਿਆਂ ਦੇ ਕਾਜ ਪਰਮਾਤਮਾ ਕਰਦਾ ਹੈ। ਸਾਡਾ ਤਾਂ ਪਹਿਲਾ ਹੁਕਮਨਾਮਾ ਹੀ ਸਾਡਾ ਇਸ ਗੱਲ ਤੇ ਭਰੋਸਾ ਬੰਨ੍ਹ ਦਿੰਦਾ, ਸੰਤਾਂ ਕੇ ਕਾਰਜ ਆਪ ਖਲੋਇਆ।
ਹਰ ਕੰਮ ਕਰਾਵਣ ਆਇਆ ਰਾਮ। ਜਿਨ੍ਹਾਂ ਨੂੰ ਉਹਦੇ ਤੇ ਭਰੋਸਾ, ਉਹਦੇ ਅੱਗੇ ਅਰਦਾਸਾਂ ਨੇ, ਉਹਦਾ ਨਾਮ ਜਪ ਰਿਹਾ, ਉਹਨਾਂ ਦੇ ਕੰਮ ਪਰਮਾਤਮਾ ਆਪ ਵਿੱਚ ਵਰਤ ਕੇ ਕਰਾਉਂਦਾ ਹੈ। ਹਰ ਗੁਰੂ ਪੂਰਾ ਆਰਾਧਿਆ ਦਰਗਹ ਸੱਚ ਖਰੀ। ਜਿਨ੍ਹਾਂ ਨੇ ਗੁਰੂ ਦੇ ਰਾਹੀਂ ਪੂਰਾ ਪਰਮਾਤਮਾ ਆਰਾਧਿਆ, ਪੂਰੇ ਗੁਰੂ ਦੇ ਰਾਹੀਂ ਪੂਰਾ ਪਰਮਾਤਮਾ ਆਰਾਧਿਆ, ਮਾਰੇ ਕਹਿੰਦੇ ਦਰਗਹ ਸੱਚ ਖਰੇ। ਉਹ ਦਰਗਾਹ ਵਿੱਚ ਫਿਰ ਸੁਰਖਰੂ ਹੋ ਕੇ ਗਏ ਆ, ਉਹ ਖਾਲਸ ਹੋ ਕੇ ਗਏ ਆ, ਉਹ ਵੱਡੇ ਭਾਗਾਂ ਵਾਲੇ ਹੋ ਕੇ ਗਏ ਆ, ਉਹ ਨਾਮ ਧਨ ਦਾ ਖਜ਼ਾਨਾ ਇਕੱਠਾ ਕਰਕੇ ਗਏ ਹਨ। ਸਰਬ ਸੁਖਾ ਨਿਤ ਚਰਨ ਹਾਰ ਭਉ ਜਲ ਬਿਖਮ ਤਰੀ। ਸਤਿਗੁਰੂ ਪਾਤਸ਼ਾਹ ਦੇ ਚਰਨ, ਪਰਮਾਤਮਾ ਦੇ ਚਰਨ ਸਾਰੇ ਸੁਖ ਦੇਣ ਵਾਲੇ ਨੇ। 9 ਨਿਧਾਂ 18 ਸਿੱਧਾਂ ਦੇ ਖਜ਼ਾਨੇ ਹਨ। ਔਰ ਭੌਜਲ ਬਿਖਮ ਤਰੇ, ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ ਹੈ, ਜਿਹੜਾ ਨਾਮ ਜਪਦਾ, ਇਹ ਨਾਮ ਦੇ ਨਾਲ ਸਤਿਗੁਰੂ ਉਹਨੂੰ ਇਹ ਸੰਸਾਰ ਜਿਹੜਾ ਬਿਖਮ ਹੈ, ਔਖਾ ਹੈ, ਜਿਹਨੂੰ ਇਨਸਾਨ ਆਪਣੀ ਮਤ ਨਾਲ ਨਹੀਂ ਤਰ ਸਕਦਾ, ਜੇ ਕੋਈ ਨਾਮ ਜਪਦਾ ਰਹੇ, ਗੁਰੂ ਦੇ ਰਾਹੀਂ ਪਰਮਾਤਮਾ ਤੱਕ ਪਹੁੰਚ ਜਾਏ, ਪਰਮਾਤਮਾ ਨਾਲ ਜੁੜ ਜਾਏ, ਇਹ ਬਿਖਮ ਔਖਾ ਭਵ ਸਾਗਰ ਵੀ ਪਾਰ ਕਰ ਜਾਂਦਾ ਹੈ। ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾਹੀ ਜਰੇ। ਪ੍ਰੇਮਾ ਭਗਤੀ ਕਰਨ ਵਾਲਿਆਂ ਨੇ ਉਸ ਪਰਮਾਤਮਾ ਨੂੰ ਪਾ ਲਿਆ। ਸੱਚ ਕਹੋ ਸੁਣ ਲਿਓ, ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸਭ ਜਗਿਆਸੂਆਂ ਨੇ ਵਿਸ਼ਿਆਂ ਦੀ ਅੱਗ ਵਿੱਚ ਉਹ ਨਹੀਂ ਸੜਦੇ। ਜ਼ਹਿਰ ਰੂਪੀ ਮਾਇਆ, ਜ਼ਹਿਰ ਰੂਪ ਜਿਹੜੀ ਵਿਖਿਆ ਜ਼ਹਿਰ ਹੈ, ਜਿਹੜੀ ਵਿਕਾਰਾਂ ਦੀ ਵੀ ਹੋ ਸਕਦੀ ਆ, ਮਾਇਆ ਦੀ ਵੀ ਹੋ ਸਕਦੀ ਆ। ਹਰ ਇੱਕ ਚੀਜ਼ ਉਹ ਮਾਇਆ ਦੀ ਜ਼ਹਿਰ ਹੈ, ਜਿਹੜੀ ਗੁਰੂ ਤੇ ਪਰਮਾਤਮਾ ਨਾਲੋਂ ਵਿਛੋੜਾ ਪਾਵੇ। ਪਰ ਜਿਹੜੇ ਗੁਰੂ ਚਰਨਾਂ ਨਾਲ ਜੁੜ ਜਾਂਦੇ ਨੇ, ਉਹ ਇਸ ਤਰ੍ਹਾਂ ਦੀ ਕਿਸੇ ਵੀ ਜ਼ਹਿਰ ਦਾ ਉਹਨਾਂ ਤੇ ਅਸਰ ਨਹੀਂ ਹੁੰਦਾ, ਕਿਸੇ ਵੀ ਵਿਕਾਰਾਂ ਦੀ ਅੱਗ ਵਿੱਚ ਉਹ ਸੜਦੇ ਨਹੀਂ ਹਨ ਜੀ। ਕੂੜ ਗਏ ਦੁਗਦਾ ਨਸੀ ਪੂਰਨ ਸੱਚ ਭਰੇ। ਨਾਮ ਜਪਣ ਵਾਲਿਆਂ ਦੇ ਅੰਦਰੋਂ ਕੂੜ ਦੀ ਦੀਵਾਰ ਟੁੱਟ ਜਾਂਦੀ ਹੈ। ਨਾਮ ਜਪਣ ਵਾਲਿਆਂ ਦੇ ਅੰਦਰ, ਜਿਹਨੂੰ ਅਸੀਂ ਸਵਾਲ ਕਰਿਆ ਸੀ ਨਾ, ਕਿਵ ਕੂੜਾ ਟੁੱਟੈ ਪਾਲ, ਕਿਵ ਸਚਿਆਰਾ ਹੋਈਆ ਕਿਵ ਕੂੜਾ ਟੁੱਟੈ ਪਾਲ। ਮਹਾਰਾਜ ਨੇ ਕਿਹਾ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਜਿਹੜੇ ਹੁਕਮ ਵਿੱਚ ਚੱਲੇ, ਚੇਤ ਤੋਂ ਸ਼ੁਰੂ ਹੋ ਕੇ ਫੱਗਣ ਤੱਕ ਆਏ, ਉਹਨਾਂ ਦੇ ਅੰਦਰੋਂ ਕੂੜ ਦੀ ਦੀਵਾਰ ਟੁੱਟ ਗਈ। ਦੁਬਦਾ ਨਸੀ, ਜਿਹੜੀ ਦਵੈਸ਼ ਭਾਵਨਾ ਸੀ ਨਾ, ਵੀ ਆਹ ਕੰਮ ਕਰਾਂ ਕਿ ਨਾ ਕਰਾਂ, ਗੁਰਦੁਆਰੇ ਜਾਵਾਂ ਜਾਂ ਨਾ ਜਾਵਾਂ, ਅੰਮ੍ਰਿਤ ਛਕਾਂ ਜਾਂ ਨਾ, ਇਹ ਦੁਬਦਾ ਵੀ ਖਤਮ ਹੋ ਗਈ। ਪੂਰਨ ਸੱਚ ਭਰੇ, ਉਹ ਸੱਚੇ ਪਰਮਾਤਮਾ ਨਾਲ ਜੁੜ ਕੇ ਆਪਣੇ ਅੰਦਰ ਸੱਚਾ ਨਾਮ ਟਿਕਾ ਕੇ, ਸੱਚੇ ਦੇ ਗੁਣ ਟਿਕਾ ਕੇ, ਬਿਲਕੁਲ ਨੱਕੋ ਨੱਕ ਉਹ ਸੱਚ ਦੇ ਨਾਲ ਭਰ ਚੁੱਕੇ ਹਨ। ਔਰ ਬ੍ਰਹਮ ਪ੍ਰਭ ਸੇਵਦੇ ਮਨ ਅੰਦਰ ਏਕ ਧਰੇ। ਹੁਣ ਤਾਂ ਉਹ ਜਗਿਆਸੂ ਕੇਵਲ ਪਾਰ ਬ੍ਰਹਮ ਪਰਮਾਤਮਾ ਨੂੰ ਸਿਮਰਦੇ ਹਨ। ਉਸ ਇੱਕ ਨੂੰ ਹੀ ਆਪਣੇ ਮਨ ਦੇ ਅੰਦਰ ਟਿਕਾਇਆ ਹੋਇਆ, ਕਿਸੇ ਹੋਰ ਦੂਸਰੇ ਦੀ ਥਾਂ ਨਹੀਂ ਹੈ। ਕੇਵਲ ਤੇ ਕੇਵਲ ਅੰਦਰ ਬਾਹਰ ਪਰਮਾਤਮਾ ਵਸਦਾ ਹੈ। ਅੰਦਰ ਵੀ ਉਹ ਸੱਚ ਹੈ, ਬਾਹਰ ਵੀ ਉਹ ਸੱਚ ਹੈ। ਅੰਦਰ ਵੀ ਉਹਦੇ ਗੁਣ ਨੇ, ਬਾਹਰ ਵੀ ਉਹਦੇ ਹੀ ਗੁਣ ਪ੍ਰਗਟ ਹੋ ਰਹੇ ਨੇ। ਉਹ ਮਨ ਵਿੱਚ ਵੀ ਹੋਈ ਹੈ ਤੇ ਕਰਮਾਂ ਵਿੱਚ ਵੀ ਹੋਈ ਹੈ। ਕਿਸੇ ਹੋਰ ਨੂੰ ਪਰਮਾਤਮਾ ਦੇ ਨਾਮ ਤੋਂ ਬਿਨਾਂ ਉਹ ਆਪਣੇ ਅੰਦਰ ਜਗ੍ਹਾ ਕੋਈ ਨਹੀਂ ਦਿੰਦੇ ਜੀ। ਮਾਹ ਦਿਵਸ ਮੂਰਤ ਭਲੇ ਜਿਸ ਕਾ ਉਹ ਨਦਰ ਕਰੇ। ਮਾਹ ਦਿਵਸ, ਸਾਰੇ ਮਹੀਨੇ, ਸਾਰੇ ਦਿਨ ਉਹਨਾਂ ਦੇ ਸਫਲ ਨੇ। ਮੂਰਤ ਭਾਵ ਘੜੀਆਂ, ਪਹਿਰ, ਪਲ, ਇੱਕ ਇੱਕ ਸਵਾਸ, ਮਿੰਟ, ਸਕਿੰਟ, ਅੱਜ ਦੇ ਜੇ ਟਾਈਮ ਦੀ ਵੰਡ ਮੁਤਾਬਕ ਗੱਲ ਕਰੀਏ, ਉਹਨਾਂ ਦੇ ਸਫਲ ਨੇ, ਜਿਨ੍ਹਾਂ ਉੱਤੇ ਗੁਰੂ ਪਰਮਾਤਮਾ ਕਿਰਪਾ ਕਰਦਾ ਹੈ। ਨਾਨਕ ਮੰਗੈ ਦਰਸਦਾਨ ਕਿਰਪਾ ਕਰਹੁ ਹਰੀ। ਪੰਜਵੇਂ ਨਾਨਕ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਇਸੇ ਕਰਕੇ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰ ਰਹੇ ਆ ਤੇ ਸਾਨੂੰ ਅਰਦਾਸ ਕਰਨੀ ਸਿਖਾ ਰਹੇ ਆ। ਗੁਰੂ ਅਰਜਨ ਸਾਹਿਬ ਕਹਿ ਰਹੇ ਆ, ਪਾਤਸ਼ਾਹ ਕਿਰਪਾ ਕਰੋ, ਮੈਂ ਤੁਹਾਡੇ ਦਰਸ਼ਨਾਂ ਦਾ ਦਾਨ ਮੰਗਦਾ, ਮੈਨੂੰ ਵੀ ਦਰਸ਼ਨ ਦੀਦਾਰ ਬਖਸ਼ੋ, ਤਾਂ ਕਿ ਮੈਂ ਵੀ ਹਰ ਵੇਲੇ ਤੁਹਾਡੇ ਦਰਸ਼ਨ ਦੀਦਾਰ ਕਰਕੇ ਆਨੰਦ ਮਾਣਦਾ ਰਵਾਂ। ਸਾਡੀ ਵੀ ਕਿਤੇ ਇਹ ਅਰਦਾਸ ਬਣ ਜਾਏ ਪਾਤਸ਼ਾਹ, ਤੇ ਤੁਹਾਡੇ ਦਰਸ਼ਨ ਦੀਦਾਰ ਕਰਕੇ ਸਾਡਾ ਵੀ ਇਹ ਜੀਵਨ ਲੋਕ ਸੁਖੀਏ, ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੇ ਭਾਗੀ ਅਸੀਂ ਬਣ ਸਕੀਏ। ਸਤਿਗੁਰੂ ਸਾਰਿਆਂ ਦੀ ਕਿਰਪਾ ਕਰਨ, ਸਾਰਿਆਂ ਦੀ ਜ਼ਿੰਦਗੀ ਵਿੱਚ ਫਲ ਗੁਣ ਮਹੀਨਾ ਪ੍ਰਗਟ ਹੋ ਜਾਏ। ਸਾਰੇ ਹੀ ਚੇਤ ਤੋਂ ਚੱਲ ਕੇ ਫਲ ਗੁਣ ਇਸ ਫੱਗਣ ਦੇ ਮਹੀਨੇ ਵਿੱਚ ਫਲ ਗੁਣਾਂ ਦੇ ਨਾਲ ਸਾਰੇ ਹੀ ਨਵਾਜੇ ਜਾਣ। ਸਾਰਿਆਂ ਦੀ ਜ਼ਿੰਦਗੀ ਵਿੱਚ ਆਨੰਦ ਪੈਦਾ ਹੋਵੇ। ਸਾਰਿਆਂ ਵਿੱਚੋਂ ਹਰ ਸੱਜਣ ਪੁਰਖ ਜਿਹੜਾ ਉਹ ਪ੍ਰਗਟ ਹੋਵੇ, ਜਿਹਦੇ ਨਾਲ ਸਾਰਿਆਂ ਦਾ ਜੀਵਨ ਸਫਲ ਹੋ ਸਕੇ। ਸਤਿਗੁਰੂ ਬਖਸ਼ਿਸ਼ ਰਹਿਮਤ ਕਰਨੇ ਦਾਤ ਸਾਰਿਆਂ ਦੀ ਝੋਲੀ ਵਿੱਚ ਪਾਉਣ ਜੀ। ਅੱਜ ਦੇ ਇਸ ਪਾਵਨ ਪਵਿੱਤਰ ਫੱਗਣ ਮਹੀਨੇ ਦੇ ਜੋ ਸ਼ਬਦ ਦੀ ਵਿਚਾਰ ਆਪਾਂ ਰਲ ਮਿਲ ਕੇ ਸਾਂਝੀ ਕੀਤੀ ਹੈ, ਕੋਈ ਵੀ ਬਚਨ ਗੁਰੂ ਜਿਹੜਾ ਚੰਗਾ ਲੱਗਿਆ ਉਹ ਗੁਰੂ ਦਾ ਹੈ। ਜੇ ਕੋਈ ਮਾੜਾ ਲੱਗਿਆ ਤਾਂ ਮੇਰੀ ਭੁੱਲ ਜਾਣ ਕੇ ਅੱਗੇ ਵਾਸਤੇ ਸੁਧਾਰ ਕਰਨ ਲਈ
ਆਪ ਜੀਆਂ ਨੇ ਅਰਦਾਸ ਔਰ ਅਸੀਸ ਬਖਸ਼ਿਸ਼ ਕਰਨੀ, ਤਾਂ ਕਿ ਸਤਿਗੁਰਾਂ ਵੱਲੋਂ ਦਿੱਤੀ ਹੋਈ ਮਤ ਸਮਤ ਮੁਤਾਬਕ ਆਪ ਜੀ ਦੇ ਜੋੜੇ ਝਾੜਦੇ ਰਹੀਏ। ਸਤਿਗੁਰਾਂ ਦਾ ਇਹ ਪਾਵਨ ਪਵਿੱਤਰ ਉਪਦੇਸ਼, ਮਹਾਨ ਗਿਆਨ ਦਾ ਸਾਗਰ ਤੁਹਾਡੇ ਸੰਗਤਾਂ ਦੇ ਨਾਲ ਸਾਂਝੇ ਕਰਕੇ ਸਾਰੇ ਹੀ ਅਸੀਂ ਆਪਣੇ ਜੀਵਨ ਨੂੰ ਸਫਲ ਕਰਨ ਦੇ ਯਤਨ ਵਿੱਚ ਜਿਹੜੇ ਲੱਗੇ ਹੋਏ ਆ, ਸਾਡਾ ਸਾਰਿਆਂ ਦਾ ਜੀਵਨ ਸਫਲ ਹੋ ਸਕੇ। ਤਮਾਮ ਭੁੱਲਾਂ ਚੁੱਕਾਂ ਦੀ ਖਿਮਾ ਦਿਓ ਸੱਜਣ ਅਸੀਸੜੀਆਂ ਜੋ ਹੋਵੇ। ਸਾਹਿਬ ਸੋ ਮੇਲ ਆਓ ਆਖਰੀ ਪੰਕਤੀਆਂ ਦਾ ਪਾਠ ਸਰਵਣ ਕਰਕੇ ਸਮਾਪਤੀ ਕਰੀਏ ਜੀ। ਆਹ ਦਿਵਸ ਮੂਰਤ ਭਲੇ ਜਿਸ ਕਾ ਨਦਰ ਕਰੇ, ਨਾਨਕ ਮੰਗੈ ਦਰਸ ਦਾਨ, ਕਿਰਪਾ ਕਰਹੁ ਹਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਨੰਦ ਸਾਹਿਬ ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਗੁਰਤਾ ਪਾਇਆ ਸਹਿਜ ਸੇਤੀ, ਮਨ ਬਚੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਦੂਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ। ਅੰਗੀਕਾਰ ਹੋ ਕਰੇ ਤੇਰਾ, ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰੇ। ਤਾ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੀ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰੋ। ਸਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਹੀ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਜੇ ਪੰਜ ਸ਼ਬਦ ਜਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੀ, ਕਲਾ ਜਿਤ ਕਰ ਧਾਰੀਆ। ਪੰਜ ਦੂਤ ਦਵਸ ਕੀਤੇ, ਕਾਲ ਕੰਟਕ ਮਾਰਿਆ। ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਦੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਾਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ ਸਲੋਕ। ਪਵਨ ਗੁਰੂ ਬਾਣੀ ਪਿਤਾ, ਮਾਤਾ ਧਰਤ ਮਹਤ। ਦਿਵਸ ਰਾਤ ਦੁਇ ਦਾਈ ਦਾਇਆ, ਖੇਲੇ ਸਗਲ ਜਗਤ। ਗਿਆਈਆ ਬੁਰਿਆਈਆ, ਵਾਚਾ ਧਰਮ ਦੂਰ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ, ਗਈ ਮਸਕਤ ਕਾਲ। ਨਾਨਕ ਦੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਜਿਨੀ ਨਾਮ ਤੇ ਆਇਆ, ਗਈ ਮਸਕਤ ਕਾਲ। ਨਾਨਕ ਦੇ ਮੁਖ ਉਜਲੇ। ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ। ਬੰਦ ਕਰ।